ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਹਰ ਸ਼ਨੀਚਰਵਾਰ ਅਸੀਂ ਕਿਸੇ ਨਾ ਕਿਸੇ ਵਿਸ਼ੇਸ਼ ਟੌਪਿਕ ਤੇ ਵਿਸ਼ੇਸ਼ ਵਿਸ਼ੇ ਦੇ ਉੱਤੇ ਗੁਰਮਤਿ ਵਿਚਾਰਾਂ, ਸਲਾਈਡ ਪ੍ਰੈਜੈਂਟੇਸ਼ਨ ਵੱਖ-ਵੱਖ ਵਿਦਵਾਨ ਸਾਡੇ ਨਾਲ ਸਾਂਝੀ ਕਰਦੇ ਹਨ। ਅੱਜ ਸਾਡੇ ਵੀਰ ਕੈਪਟਨ ਯਸ਼ਪਾਲ ਸਿੰਘ ਜੀ ਬਹੁਤ ਹੀ ਪਿਆਰ ਦੇ ਨਾਲ ਧਰਮ ਪ੍ਰਚਾਰ ਦੀ ਸੇਵਾ 'ਚ ਲੱਗੇ ਹੋਏ ਹਨ। ਉਹ ਸਾਡੇ ਨਾਲ ਅੱਜ ਜਾਤ ਪਾਤ ਦੇ ਵਿਸ਼ੇ ਦੇ ਉੱਤੇ ਵਿਚਾਰ ਸਾਂਝੇ ਕਰਨਗੇ ਸਲਾਈਡ ਪ੍ਰੈਜੈਂਟੇਸ਼ਨ ਰਾਹੀਂ। ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੀ ਸਕਰੀਨ ਸ਼ੇਅਰ ਕਰ ਲੈਣ ਤੇ ਅੱਜ ਦੀ ਵਿਚਾਰ ਮੂਲ ਮੰਤਰ ਦਾ ਪਾਠ ਕਰਕੇ ਸ਼ੁਰੂ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੂਲ ਮੰਤਰ ਦਾ ਪਾਠ ਕਰਵਾਓ ਜੀ, ਸ਼ੁਰੂ ਕਰਵਾਓ। ਇੱਕ ਓੰਕਾਰ ਓੰਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ੂਮ ਮੀਟਿੰਗ ਰਾਹੀਂ ਜੁੜੇ ਹੋਏ ਇਸ ਕਲਾਸ ਵਿੱਚ ਸਾਰੇ ਸਤਸੰਗੀ ਜਨੋ ਸਤਿਕਾਰ ਸਹਿਤ ਆਓ ਫਤਿਹ ਦੀ ਸਾਂਝ ਪਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਕਲਾਸ ਹੈ ਉਸਦਾ ਵਿਸ਼ਾ ਹੈ ਜਾਤ ਪਾਤ। ਇਹ ਜਾਤ ਪਾਤ ਸਾਡੇ ਸਮਾਜ ਦੀ ਇੱਕ ਬੜੀ ਵੱਡੀ ਸਮੱਸਿਆ ਹੈ ਤੇ ਮੈਨੂੰ ਕਈ ਮੌਕਿਆਂ ਤੇ ਇਸ ਗੱਲ ਨੇ ਝੰਜੋੜਿਆ ਹੈ ਤੇ ਪਰੇਸ਼ਾਨ ਕੀਤਾ ਹੈ। ਸੋ ਆਪਣੇ ਜ਼ਿਆਦਾਤਰ ਪ੍ਰਚਾਰਕ, ਮੈਂ ਇਹ ਨਹੀਂ ਕਹਾਂਗਾ ਸਾਰੇ, ਬਹੁਤ ਸਾਰੇ ਪ੍ਰਚਾਰਕ ਜਿਹੜੇ ਨੇ ਉਹ ਸ਼ਹਿਰਾਂ ਦੇ ਵਸਨੀਕ ਨੇ। ਦਿੱਲੀ 'ਚ ਬੜੇ ਐਕਟਿਵ ਨੇ। ਅਸੀਂ ਜਿਹੜੇ ਮਿਸ਼ਨਰੀ ਕਾਲਜ ਵੀ ਦਿੱਲੀ ਤੋਂ ਸ਼ੁਰੂ ਹੋਏ ਕਈ, ਜਾਂ ਲੁਧਿਆਣਾ ਹੈਗਾ, ਤੇ ਕਈ ਪ੍ਰਚਾਰਕ ਐਸੇ ਨੇ ਜਿਹੜੇ ਮਤਲਬ ਕਿ ਉਹ ਪੜ੍ਹੇ ਲਿਖੇ ਹੋਣ ਕਰਕੇ ਉਹਨਾਂ ਦਾ ਸ਼ਹਿਰਾਂ 'ਚ ਹੀ ਰਿਹਾ ਤੇ ਪਿੰਡਾਂ ਦੇ ਬਾਰੇ ਉਹਨਾਂ ਦੀ ਕਈ ਵਾਰ ਗਰਾਊਂਡ ਰਿਐਲਿਟੀ ਨਹੀਂ ਹੁੰਦੀ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਹਾਲਾਂਕਿ ਜਾਤ ਪਾਤ ਦੀ ਸਮੱਸਿਆ ਸਾਡੇ ਪੰਜਾਬ ਵਿੱਚ ਉਸ ਪੱਧਰ ਦੀ ਬਿਲਕੁਲ ਵੀ ਨਹੀਂ ਹੈਗੀ ਜਿਸ ਤਰ੍ਹਾਂ ਦੀ ਬਿਹਾਰ ਵਿੱਚ, ਕਰਨਾਟਕਾ ਵਿੱਚ, ਰਾਜਸਥਾਨ ਵਿੱਚ, ਯੂਪੀ 'ਚ ਜਾਂ ਮੱਧ ਪ੍ਰਦੇਸ਼ ਵਿੱਚ ਹੈਗੀ ਹੈ। ਸੋ ਗੁਰੂ ਸਾਹਿਬ ਨੇ ਜਿਹੜੀ ਇੰਨੀ ਤਪੱਸਿਆ ਕੀਤੀ, ਇੰਨਾ ਸਮਾਂ ਲਾਇਆ, ਕੁਰਬਾਨੀਆਂ ਕੀਤੀਆਂ, ਪ੍ਰਚਾਰ ਕੀਤਾ, ਉਹਦਾ ਅਸਰ ਜ਼ਰੂਰ ਸਾਨੂੰ ਪੰਜਾਬ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਜਾਤ ਪਾਤ ਦੀ ਉਹ ਜਿਹੜੀ ਛੂਆ-ਛਾਤ ਵਾਲੀ ਬਿਮਾਰੀ ਹੈ ਉਹ ਨਹੀਂ ਹੈਗੀ। ਪਰ ਹਾਲੇ ਵੀ ਬੜਾ ਕੁਝ ਕਰਨ ਵਾਲਾ ਹੈ। ਇੱਕ ਤੇ ਗੱਲ ਹੈ ਜੋ ਮੈਂ ਆਪਣੇ ਸਮਾਜ ਵਿੱਚ ਵਿਚਰਦੇ ਹੋਏ ਕਈ ਚੀਜ਼ਾਂ ਦੇਖਦਾ, ਕਿਉਂਕਿ ਮੈਨੂੰ ਉਹ ਲੈਵਲ ਵੀ ਲੱਗਦਾ ਵੀ ਉਹ ਚੀਜ਼ ਸਿੱਖੀ ਨੂੰ ਸੱਟ ਮਾਰਦੀ ਹੈ, ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਉਲੰਘਣਾ ਹੈ। ਦੂਜੀ ਗੱਲ ਹੈ ਵੇ ਕਿ ਮੈਂ ਇਸ ਵਿਸ਼ੇ ਤੇ ਅੱਜ ਤੱਕ, ਹਾਲਾਂਕਿ ਮੈਂ ਬਹੁਤ ਜ਼ਿਆਦਾ ਫੀਲਡ ਵਿੱਚ ਨਹੀਂ ਘੁੰਮਦਾ, ਮੈਂ ਕਾਫੀ ਸਮਾਂ ਮੇਰਾ ਸਮੁੰਦਰ ਵਿੱਚ ਹੀ ਗੁਜ਼ਰਿਆ, ਸੋ ਮੈਂ ਨਹੀਂ ਕਹਿ ਸਕਦਾ ਕਿ ਮੈਂ ਰੋਜ਼ਾਨਾ ਬੇਸ ਤੇ ਕੋਈ ਸਮਾਗਮ ਅਟੈਂਡ ਕੀਤੇ ਨੇ ਜਾਂ ਕਥਾਵਾਂ ਸੁਣੀਆਂ ਨੇ। ਪਰ ਜਿੰਨਾ ਸਮਾਂ ਮੈਂ ਬਿਤਾਇਆ, ਜਿੰਨੇ ਵੀ ਮੈਂ ਕਥਾਵਾਂ ਸੁਣੀਆਂ ਨੇ, ਅਗਰ ਮੈਂ ਥੋੜਾ ਇੱਕ ਦੋ ਐਗਜ਼ਾਮਪਲ ਕੈਂਪਾਂ ਦੇ ਮੈਂ ਛੱਡ ਦੇਵਾਂ ਤੇ ਅੱਜ ਤੱਕ ਮੈਂ ਕਿਸੇ ਗੁਰਦੁਆਰੇ ਵਿੱਚ ਕਦੀ ਕਿਸੇ ਕਥਾਵਾਚਕ ਰਾਹੀਂ ਜਾਂ ਕਿਸੇ ਵਿਦਵਾਨ ਰਾਹੀਂ ਜਾਤ ਪਾਤ ਦੇ ਖਿਲਾਫ ਲੈਕਚਰ ਜਾਂ ਕਥਾ ਅੱਜ ਤੱਕ ਨਹੀਂ ਸੁਣੀ, ਔਰ ਨਾ ਹੀ ਮੈਂ ਰਾਗੀ ਸਿੰਘਾਂ ਨੂੰ ਕੋਈ ਸ਼ਬਦ ਗਾਉਂਦੇ ਸੁਣਿਆ ਹੈ। ਇਹਦਾ ਕੀ ਕਾਰਨ ਹੈ ਇਹ ਤੇ ਉਹੀ ਜਾਣ ਸਕਦੇ ਨੇ। ਸੋ ਕਈ ਵਾਰ ਇਹ ਹੁੰਦਾ ਕਿ ਜਿਹੜੀ ਸਮੱਸਿਆ, ਕਈ ਵਾਰ ਕਹਿੰਦੇ ਨਾ ਬੰਦੇ ਕਹਿੰਦੇ ਸਮੱਸਿਆ ਗੱਲ ਕਰਨ ਨਾਲ ਮੂਡ ਖਰਾਬ ਹੁੰਦਾ ਹੈ ਜਾਂ ਵੀ ਉਹਨਾਂ ਮੂੰਹ ਦਾ ਸਵਾਦ ਖਰਾਬ ਹੁੰਦਾ, ਉਹ ਗੱਲ ਕਰੋ ਹੀ ਨਾ। ਪਰ ਇਹ ਗੱਲ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਸਾਨੂੰ ਸਮੱਸਿਆ ਦੇ ਨਾਲ ਅੱਖਾਂ ਚਾਰ ਕਰਨੀਆਂ ਚਾਹੀਦੀਆਂ ਨੇ ਤੇ ਉਹਦੇ ਬਾਰੇ ਸਮਝਣਾ ਚਾਹੀਦਾ ਹੈ ਤੇ ਉਸ ਸਮੱਸਿਆ ਨੂੰ ਦੂਰ ਕਰਨਾ ਚਾਹੀਦਾ। ਸੋ ਅੱਜ ਦਾ ਸਾਡਾ ਵਿਸ਼ਾ ਹੈ, ਔਰ ਦੇਖੀਏ ਮਾੜਾ ਜਿਹਾ ਇਹਦਾ ਮੁੱਢ ਦੇਖ ਲਈਏ। ਜਾਤ ਪਾਤ ਦਾ ਇੱਕ ਜਿਹੜਾ ਮੁੱਢ ਕੀ ਹੈ, ਇਹ ਹਾਸੋਹੀਣਾ ਅਸੂਲ ਹੈਗਾ। ਇਹਦਾ ਹਾਸੋਹੀਣਾ ਹੀ ਹੈ ਬੜਾ। ਮਨੁੱਖ ਇਵੇਂ ਬਣੇ, ਬ੍ਰਾਹਮਣ ਬ੍ਰਹਮਾ ਦੇ ਮੁਖ ਤੋਂ, ਖੱਤਰੀ ਬਾਹਾਂ ਤੋਂ, ਵੈਸ਼ ਪੇਟ ਤੋਂ ਤੇ ਸ਼ੂਦਰ ਪੈਰਾਂ ਤੋਂ। ਇਹ ਸਾਡੀ ਵਿਚਾਰ ਨਹੀਂ ਹੈ, ਇਹ ਜੋ ਸਨਾਤਨ ਮਤ ਹੈਗਾ ਇਹ ਉਹਨਾਂ ਦੀ ਵਿਚਾਰ ਹੈ। ਪਰ ਕਿਉਂਕਿ ਸਾਡਾ ਸਿੱਖੀ ਦਾ ਜਨਮ ਭਾਰਤ ਵਿੱਚ ਹੀ ਹੋਇਆ ਤੇ ਜਿਹੜੇ ਸਾਡੇ ਵੱਡੇ ਵਡੇਰੇ ਮਤਲਬ ਕਿ ਉਸ ਧਰਮ ਵਿੱਚੋਂ ਹੀ ਲੋਕਾਂ ਨੇ ਸਿੱਖੀ ਧਾਰਨ ਕੀਤੀ ਹੈ, तो बड़ा सारा बैगेज, बड़ी सारे पुराने संस्कार कई बार नाल
ਤੁਰੇ ਆਉਂਦੇ ਨੇ। ਅਗਲੀ ਗੱਲ ਮੈਂ ਇੱਥੇ ਹਵਾਲਾ ਦੇਵਾਂਗਾ ਡਾਕਟਰ ਕਰਨ ਸਿੰਘ, ਸ਼ਾਇਦ ਨਾਂ ਸੁਣਿਆ ਹੋਏ ਬਹੁਤੇ ਬੰਦਿਆਂ ਨੇ। ਕਸ਼ਮੀਰ ਦੇ ਰਾਜ ਘਰਾਣੇ ਦਾ ਸੰਬੰਧ ਰਿਹਾ। ਇਹਨਾਂ ਦੀ ਪਤਨੀ ਨੇਪਾਲ ਦੀ ਸੀਗੀ, ਨੇਪਾਲ ਹੁਣ ਵੀ ਪਤਾ ਨਹੀਂ ਹੈ ਕਿ ਨਹੀਂ, ਤੇ ਕਾਂਗਰਸ ਮਿਨਿਸਟਰੀ ਵਿੱਚ ਕੈਬਨਿਟ ਮਿਨਿਸਟਰ ਵੀ ਰਹੇ ਨੇ, ਤੇ ਬੜੇ ਮੰਨੇ ਪਰਮੰਨੇ ਹਿੰਦੂ ਵਿਦਵਾਨ ਨੇ, ਬੜੀਆਂ ਕਿਤਾਬਾਂ ਲਿਖੀਆਂ ਇਹਨਾਂ ਨੇ। ਮੈਂ ਇਹਨਾਂ ਦਾ ਜ਼ਿਕਰ ਕਿਉਂ ਕਰ ਰਿਹਾ, ਮੈਨੂੰ ਗੱਲ ਆਉਂਦੀ ਹੈ 1999 ਦੀ, 1989। ਮੈਂ ਜਹਾਜ਼ ਤੇ ਸੀਗਾ, ਉਦੋਂ ਹਲੇ ਡਿਜੀਟਲ ਮੀਡੀਆ ਵਗੈਰਾ ਸਭ ਨਹੀਂ ਆਇਆ ਸੀ, ਤੇ ਸਾਡੇ ਜਹਾਜ਼ ਤੇ ਉਦੋਂ ਵੀਡੀਓ ਕੈਸਟਾਂ ਨਵੀਆਂ ਆਈਆਂ ਸੀਗੀਆਂ ਹਲੇ, ਤੇ ਅਸੀਂ ਵੀਡੀਓ ਕੋਈ ਫਿਲਮ ਦੇਖ ਕੇ ਆਪਣਾ ਮਨੋਰੰਜਨ ਕਰ ਲੈਂਦੇ ਸੀ ਵਿੱਚ ਸਮੁੰਦਰ ਦੇ ਵਿੱਚ। ਤੇ ਇੱਕ ਸਾਡਾ ਸ਼ੁਗਲ ਹੋਰ ਹੁੰਦਾ ਸੀਗਾ, ਜਦੋਂ ਵੀ ਜਹਾਜ਼ ਕਿਤੇ ਬੰਦਰਗਾਹ ਤੇ ਲੱਗਦਾ ਸੀਗਾ, ਤੇ ਅਸੀਂ ਉਸ ਲਾਗੇ ਦੀ ਬੰਦਰਗਾਹ ਦੇ ਵਿੱਚ ਜੇ ਕੋਈ ਕੌਂਸੂਲੇਟ ਹੁੰਦੀ ਸੀ ਇੰਡੀਅਨ, ਜਾਂ ਕੋਈ ਇੰਡੀਅਨ ਐਮਬੈਸੀ ਹੁੰਦੀ ਸੀ, ਅਸੀਂ ਉੱਥੇ ਜਾਂਦੇ ਸੀਗੇ, ਤੇ ਉਹ ਐਮਬੈਸੀ 'ਚੋਂ ਪੁਰਾਣੀਆਂ ਇੰਡੀਅਨ ਮੈਗਜ਼ੀਨਸ ਤੇ ਅਖਬਾਰਾਂ ਲੈਂਦੇ ਸੀਗੇ, ਤੇ ਵਿੱਚ ਸਮੁੰਦਰ ਦੇ ਫਿਰ ਪਾਣੀ 'ਚ ਜਦੋਂ ਚਾਰੋਂ ਸਫੇਰੇ ਪਾਣੀ ਹੈ, ਤੇ ਅਸੀਂ ਪੁਰਾਣੀ ਅਖਬਾਰਾਂ ਦੇ ਆਰਟੀਕਲ ਜਾਂ ਮੈਗਜ਼ੀਨਸ ਪੜ੍ਹਦੇ ਸੀ। ਤੇ ਮੈਨੂੰ ਯਾਦ ਹੈ ਉੱਥੋਂ ਦੀ ਸਾਡਾ ਸ਼ਿਪ ਗਿਆ ਸੀਗਾ ਸੈਨੀਗਲ, ਸਾਊਥ ਇੱਕ ਅਫਰੀਕਨ ਕੰਟੀਨੈਂਟ ਵਿੱਚ ਕੰਟਰੀ ਹੈਗਾ ਸੈਨੀਗਲ, ਤੇ ਉਹਦਾ ਡਕਾਰ ਉਹਦੀ ਕੈਪੀਟਲ ਹੈ, ਉੱਥੇ ਸਾਡਾ ਜਹਾਜ਼ ਗਿਆ, ਤੇ ਅਸੀਂ ਉੱਥੇ ਮੈਂ ਗਿਆ ਐਮਬੈਸੀ ਵਿੱਚ, ਤੇ ਮੈਂ ਅਖਬਾਰਾਂ ਤੇ ਮੈਗਜ਼ੀਨਸ ਲੈ ਗਿਆ। ਤੇ ਉਦੋਂ ਇੱਕ ਮੈਗਜ਼ੀਨ ਨਿਕਲਦੀ ਸੀ ਬੰਬੇ ਤੋਂ, ਦੀ ਇਲੂਸਟ੍ਰੇਟਡ ਵੀਕਲੀ, ਉਹਦੀ ਬੜੀ ਸਾਰੀ ਕਾਪੀਆਂ ਮੈਂ ਲਿਆਂਦੀਆਂ, ਤੇ ਉਹ 'ਚ ਮੈਂ ਡਾਕਟਰ ਕਰਨ ਸਿੰਘ ਦਾ ਇੰਟਰਵਿਊ ਸੀਗਾ, ਬੜਾ ਵਧੀਆ ਇੰਟਰਵਿਊ ਸੀ, ਮੈਂ ਚੰਗੀ ਤਰ੍ਹਾਂ ਪੜ੍ਹਿਆ ਇੰਗਲਿਸ਼ ਵਿੱਚ, ਤੇ ਇਹ ਗੱਲ ਮੈਨੂੰ ਭੁੱਲਦੀ ਨਹੀਂ, ਕਿਉਂਕਿ ਕਰਨ ਸਿੰਘ ਹਿੰਦੂ ਵਿਦਵਾਨ ਸੀਗਾ, ਤੇ ਪੱਤਰਕਾਰ ਉਹਦੇ ਕੋਲ ਹਿੰਦੂ ਧਰਮ ਦੇ ਬਾਰੇ ਜਿਹੜੀਆਂ ਬੜੇ ਔਖੇ ਟੇਢੇ ਸਵਾਲ ਪੁੱਛ ਰਿਹਾ ਸੀਗਾ, ਜਾਤ ਪਾਤ ਬਾਰੇ, ਕਰਮਕਾਂਡ ਬਾਰੇ। ਤੇ ਮੈਨੂੰ ਹਾਲ ਤੱਕ ਯਾਦ ਹੈ ਡਾਕਟਰ ਕਰਨ ਸਿੰਘ ਦੀ ਇਹ ਗੱਲ ਉਹਨੇ ਬੜੇ ਸਪਸ਼ਟ ਤੌਰ ਤੇ ਕਹੀ ਸੀਗੀ ਕਿ ਕਾਸਟਿਜ਼ਮ ਇਜ਼ ਦੀ ਫਾਊਂਡਿੰਗ ਪ੍ਰਿੰਸੀਪਲ ਆਫ ਹਿੰਦੂਇਜ਼ਮ। ਇਹ ਸਾਰੇ ਆਪਣੇ ਜਿਹੜੇ ਸਿੱਖ, ਜਿਹੜੇ ਆਪਣੇ ਨੂੰ ਸਿੱਖ ਅਖਵਾਉਂਦੇ ਨੇ, ਤੇ ਇਸ ਗੱਲ ਤੇ ਬੜਾ ਇਤਰਾਜ਼ ਕਰਦੇ ਨੇ ਕਿ ਸਾਨੂੰ ਹਿੰਦੂ ਨਾ ਕਿਹਾ ਜਾਵੇ, ਪਰ ਐਟ ਦ ਸੇਮ ਟਾਈਮ ਜਾਤ ਪਾਤ ਨੂੰ ਵੀ ਮੰਨਦੇ ਨੇ, ਉਹਨਾਂ ਲਈ ਇਹ ਗੱਲ ਸੁਣਨੀ ਬੜੀ ਜ਼ਰੂਰੀ ਹੈ। ਸੋ ਕਰਨ ਸਿੰਘ ਦਾ ਇਹ ਕਹਿਣਾ ਸੀਗਾ ਕਿ ਕਾਸਟਿਜ਼ਮ ਇਜ਼ ਦੀ ਫਾਊਂਡਿੰਗ ਪ੍ਰਿੰਸੀਪਲ ਆਫ ਹਿੰਦੂਇਜ਼ਮ, ਵਿਦਾਊਟ ਕਾਸਟਿਜ਼ਮ ਦੇਰ ਇਜ਼ ਨੋ ਹਿੰਦੂਇਜ਼ਮ, ਕਿ ਜਾਤ ਪਾਤ ਤੋਂ ਬਿਨਾ ਹਿੰਦੂ ਧਰਮ ਦਾ ਤਸੱਵਰ ਕਰਨਾ ਮੁਮਕਿਨ ਨਹੀਂ ਹੈਗਾ, ਹਿੰਦੂ ਧਰਮ ਮੁਮਕਿਨ ਹੀ ਨਹੀਂ ਹੈਗਾ। ਤੇ ਜਿਹੜੀ ਜਾਤ ਪਾਤ ਹੈ ਉਹ ਹਿੰਦੂ ਧਰਮ ਦਾ ਜਿਹੜਾ ਇੱਕ ਨੀਂਹ ਪੱਥਰ ਹੈ, ਕਾਰਨਰ ਸਟੋਨ ਹੈ। ਸੋ ਇਹ ਗੱਲ ਬੜੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜੋ ਜਾਤ ਪਾਤ ਹੈ ਇਹ ਸਿਰਫ ਇੱਕ ਸਮਾਜਿਕ ਕੁਰੀਤੀ ਨਹੀਂ ਹੈਗੀ, ਇਹ ਇੱਕ ਧਰਮ ਦੀ ਧਾਰਮਿਕ ਮੋਹਰ ਹੈਗੀ ਹੈ, ਧਾਰਮਿਕ ਗ੍ਰੰਥਾਂ ਦਾ ਇੱਕ ਆਧਾਰ ਹੈਗਾ। ਸੋ ਇਹ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਹੁਣ ਅਸੀਂ ਦੋ ਸ਼ਬਦ ਲਵਾਂਗੇ ਤੇ ਫਿਰ ਗੁਰਬਾਣੀ ਦੇ ਕੁਝ ਹਵਾਲੇ ਲਵਾਂਗੇ, ਤੇ ਜਾਤ ਪਾਤ ਦੇ ਜਿਹੜੇ ਅਲੱਗ-ਅਲੱਗ ਪੱਖ ਨੇ ਉਹਨਾਂ ਦੀ ਵਿਚਾਰ ਕਰਾਂਗੇ। ਬੜੇ ਸੌਖੇ ਸ਼ਬਦ ਨੇ, ਇਹਨਾਂ ਵਿੱਚ ਕੋਈ ਵੀ ਬਹੁਤੇ ਔਖੇ ਜਿਹੜੇ ਵਰਡਸ ਜਿਹੜੇ ਹੈਗੇ ਨੇ, ਮੀਨਿੰਗ ਜਿਹੜਾ ਦੱਸਣੇ ਪੈਣ ਉਹ ਨਹੀਂ ਹੈਗੇ। ਅਸੀਂ ਛੇਤੀ ਕਰਾਂਗੇ ਤਾਂ ਕਿ ਸਾਰਾ ਜਿਹੜਾ ਪਾਵਰ ਪੁਆਇੰਟ ਹੈ ਕਵਰ ਹੋ ਸਕੇ। ਰਾਗ ਭੈਰੋਂ ਵਿੱਚ ਮਹਿਲਾ ਤੀਜਾ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ। ਭੈਰੋਂ ਰਾਗ ਵਿੱਚ ਚੌਪਦੇ 4 ਪਦਿਆਂ ਵਾਲਾ ਸ਼ਬਦ ਹੈ, ਘਰ ਪਹਿਲਾ। ਇੱਕ ਓਂਕਾਰ ਅਕਾਲ ਪੁਰਖ ਇੱਕ ਹੈ, ਇੱਕ ਰਸ ਆਪਣੀ ਰਚਨਾ ਵਿੱਚ ਵਿਆਪਕ ਹੈ। ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਓਂਕਾਰ ਦੇ ਨਾਲ ਜਿਹੜੀ ਸਾਂਝ ਬਣਦੀ ਹੈ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਬਣਦੀ ਹੈ। ਅਰਥਾਤ ਸਤਿਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ, ਉਸ ਸਿੱਖਿਆ ਨੂੰ ਕਮਾ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣੀਦਾ ਤੇ ਪਰਮਾਤਮਾ ਦੇ ਨਾਲ ਸਾਂਝ ਬਣ। ਸੋ ਗੁਰੂ ਸਾਹਿਬ ਕਹਿੰਦੇ ਨੇ, ਜਾਤ ਕਾ ਗਰਵ ਨਾ ਕਰਿਓ ਕੋਈ, ਇਹ ਭਾਈ ਕੋਈ ਵੀ ਜਾਤ ਦਾ, ਉੱਚੀ ਜਾਤ ਦਾ ਗਰਵ ਅਹੰਕਾਰ ਨਾ ਕਰੇ। ਸਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਜਾਤਾਂ ਦਾ ਸੁਮੇਲ ਤੁਹਾਨੂੰ ਮਿਲ ਜਾਂਦਾ ਹੈ। ਇੱਕ ਪਾਸੇ ਭਗਤ ਕਬੀਰ ਜੀ ਜੁਲਾਹੇ, ਭਗਤ ਰਵਿਦਾਸ ਜੀ ਚਮਾਰ, ਭਗਤ ਨਾਮਦੇਵ ਜੀ ਛਿੰਬੇ, ਭਗਤ ਰਾਮਾਨੰਦ ਜੀ ਬ੍ਰਾਹਮਣ, ਭਗਤ ਪਰਮਾਨੰਦ ਜੀ ਬ੍ਰਾਹਮਣ, ਸਦਨਾ ਕਸਾਈ, ਸੈਣ ਨਾਈ, ਤੇ ਗੁਰੂ ਸਾਹਿਬਾਨ ਸਾਰੇ ਖੱਤਰੀ ਪਰਿਵਾਰਾਂ ਵਿੱਚੋਂ ਸੀਗੇ, ਬੇਦੀ ਰਹਿਣ। ਸੋ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਨੂੰ ਲਾਗੂ ਕੀਤਾ ਹੈ। ਹੁਣ ਗੁਰੂ ਅਮਰਦਾਸ ਜੀ ਵੀ ਭੱਲਾ ਬਿਰਾਦਰੀ ਵਿੱਚੋਂ ਸੀਗੇ, ਪਰ ਇਹ ਚੀਜ਼ ਉਹਨਾਂ ਦੀ ਪਹਿਲੇ ਸੀਗੀ, ਸਿੱਖੀ 'ਚ ਪ੍ਰਵੇਸ਼ ਕਰਨ ਤੋਂ ਪਹਿਲੇ। ਭਾਈ ਲਹਿਣਾ ਜੀ ਤ੍ਰਿਹਣ ਜਾਤ ਦੇ ਖੱਤਰੀ ਸੀਗੇ, ਪਰ ਉਹ ਜੋ ਸ਼ਾਸਤਰਾਂ ਦਾ ਧਰਮ ਸੀਗਾ ਉਹਨਾਂ ਨੇ ਜਦੋਂ ਹਿੰਦੂ ਸੀ ਤਦ ਨਿਭਾਇਆ, ਪਰ ਜਦੋਂ ਸਿੱਖੀ 'ਚ ਪ੍ਰਵੇਸ਼ ਕਰ ਗਏ ਤੇ ਉਹਨਾਂ ਨੇ ਉਸ ਚੀਜ਼ ਤੋਂ ਆਪਣਾ ਜਿਹੜਾ ਭੂਤਕਾਲ ਸੀ ਉਹ ਤੋਂ ਪੂਰਾ ਤਰ੍ਹਾਂ ਨਾਤਾ ਤੋੜ ਲਿਆ। ਚਾਹੇ ਉਹ ਸ਼ਾਸਤਰਾਂ ਦੇ ਕਰਮਕਾਂਡ ਸੀਗੇ, ਜਾਂ ਸ਼ਾਸਤਰਾਂ ਦੀ ਜਾਤ ਪਾਤ ਸੀ, ਛੂਆਛਾਤ ਸੀ, ਤੇ ਜਾਂ ਦੇਵੀ ਦੇਵਤਿਆਂ ਦੀ ਪੂਜਾ ਸੀਗੀ। ਸੋ ਜਾਤ ਕਾ ਗਰਵ ਨਾ ਕਰਿਓ ਕੋਈ, ਬ੍ਰਹਮ ਬਿੰਦੇ, ਇੱਥੇ ਬਿੰਦੇ ਦਾ ਮਤਲਬ ਜੋ ਬ੍ਰਹਮ ਨੂੰ ਪਛਾਣੇ, ਬ੍ਰਹਮ ਦੇ ਨਾਲ ਸਾਂਝ ਪਾਏ, ਸੋ ਬ੍ਰਾਹਮਣ ਹੋਈ। ਸੋ ਸਾਡੇ ਵਾਸਤੇ ਕੀ ਹੈ, ਬ੍ਰਾਹਮਣ ਦੀ ਪਰਿਭਾਸ਼ਾ ਵੀ ਹੈ, ਪਰ ਸਾਨੂੰ ਸਾਰਿਆਂ ਨੂੰ ਕੰਠ ਕਰ ਲੈਣੀ ਚਾਹੀਦੀਆਂ ਨਿੱਕੀ ਨਿੱਕੀਆਂ ਪੰਕਤੀਆਂ।
ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਗੁਰੂ ਸਾਹਿਬ ਕਹਿੰਦੇ ਨੇ ਜੋ ਬ੍ਰਹਮ ਨੂੰ ਪਛਾਣਦਾ ਹੈ, ਬ੍ਰਹਮ ਦੇ ਨਾਲ ਸਾਂਝ ਪਾਉਂਦਾ ਹੈ, ਉਹ ਬ੍ਰਾਹਮਣ ਬਣਦਾ ਹੈ। ਜਾਤ ਦਾ ਗਰਵ ਨਾ ਕਰ ਮੂਰਖ ਗਵਾਰਾ। ਹੁਣ ਲਈ ਇਹ ਗੁਰੂ ਸਾਹਿਬ ਜਾਤ ਦਾ ਅਭਿਮਾਨ ਕਰਨ ਵਾਲੇ ਨੂੰ ਕਿਹੜੇ ਵਿਸ਼ੇਸ਼ਣਾਂ ਦੇ ਨਾਲ ਸੰਬੋਧਿਤ ਕਰ ਰਹੇ ਨੇ? ਮੂਰਖ ਤੇ ਗਵਾਰ, ਅਨਪੜ੍ਹ ਤੇ ਮੂਰਖ। ਸੋ ਅਸੀਂ ਦੇਖੀਏ ਕਿ ਅਸੀਂ ਕਿਸ ਕੈਟੇਗਰੀ ਵਿੱਚ ਆਪਣੇ ਆਪ ਨੂੰ ਰੱਖਣਾ ਚਾਹੁੰਦੇ ਹਾਂ। ਮੈਨੂੰ ਬੜੀ ਹੈਰਾਨੀ ਦੀ ਗੱਲ ਹੈ, ਸਾਡੇ ਰਿਸ਼ਤੇਦਾਰੀ 'ਚ ਗੱਲ ਹੈਗੀ ਹੈ, ਤੇ ਅਸੀਂ ਤੇ ਬੜੀ ਪੁਰਾਣੀ ਗੱਲ ਹੈ, ਹੁਣ ਤੇ ਚਲੋ ਆਪਾਂ ਵੀ ਬਜ਼ੁਰਗੀ ਵਾਲੇ ਪਾਸੇ ਤੁਰਦੇ ਪਏ ਹਾਂ। ਤੇ ਅਸੀਂ ਵੀ ਜਦੋਂ ਮਿਸ਼ਨਰੀ ਕਾਲਜ ਦੀਆਂ ਕਲਾਸਾਂ ਅਟੈਂਡ ਕੀਤੀਆਂ, ਜਾਤ ਪਾਤ ਬਾਰੇ ਪੜ੍ਹਿਆ, ਤੇ ਮੈਂ ਆਪਣੇ ਘਰ 'ਚ ਹੀ ਜਿਹੜੇ ਵੱਡੇ ਬੰਦੇ ਸੀਗੇ ਉਹਨਾਂ ਨਾਲ ਜਾਤ ਪਾਤ ਬਾਰੇ ਗੱਲ ਇਹਦੀ ਮੁਖਾਲਫਤ ਕਰ ਰਿਹਾ ਸੀ, ਇਹਦੀ ਵਿਰੋਧਤਾ ਕਰ ਰਿਹਾ ਸੀਗਾ। ਤੇ ਉਹ ਮੈਨੂੰ ਕਹਿੰਦੇ, ਹਾਲਾਂਕਿ ਉਹਨੇ ਗੁਰਬਾਣੀ ਕਦੀ ਨਹੀਂ ਪੜ੍ਹੀ, ਵੀ ਤੁਸੀਂ ਇਹ ਦੇਖੋ ਵੀ ਸਾਡੇ ਸਮਾਜ ਵਿੱਚ ਕਿਸ ਹਾਲਤ ਤੱਕ ਗਲਤ ਧਾਰਨਾਵਾਂ ਬਣੀਆਂ ਹੋਈਆਂ ਨੇ। ਉਹ ਮੈਨੂੰ ਕਹਿੰਦਾ ਕਾਕਾ ਤੂੰ ਕੱਲ ਦਾ ਜੰਮਿਆ ਸਾਨੂੰ ਮੱਤਾ ਦਿੰਦਾ, ਇਹ ਜਾਤਾਂ ਪਾਤਾਂ ਸਿਆਣਿਆਂ ਨੇ ਬਣਾਈਆਂ ਨੇ। ਇਹ ਗੱਲ ਉਹ ਕਰ ਰਹੇ ਸੀਗੇ। ਸੋ ਉਧਰੋਂ ਦੀ ਮੈਨੂੰ ਯਾਦ ਆਂਦੀ ਗੱਲ ਵੀ ਸਿਰਫ ਦਾੜੀ ਚਿੱਟੀ ਹੋਣ ਦੇ ਨਾਲ ਬੰਦਾ ਕੋਈ ਸਿਆਣਾ ਨਹੀਂ ਬਣ ਜਾਂਦਾ। ਸੋ ਜਿਹੜੇ ਬੰਦੇ ਨੇ ਕਦੀ ਗੁਰਬਾਣੀ ਪੜ੍ਹੀ ਵੀ ਨਹੀਂ ਹੁੰਦੀ, ਉਹਨੂੰ ਪਤਾ ਵੀ ਨਹੀਂ ਹੁੰਦਾ, ਉਹ ਵੀ ਸਿੱਖੀ ਦੀ ਮਤਲਬ ਕਿ ਆਧਾਰ ਬਣਾ ਕੇ ਆਪਣੀ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਗਲਤ ਪ੍ਰਚਾਰ ਕਰਦੇ ਨੇ। ਤੇ ਕਹਿੰਦੇ ਨੇ ਇਸ ਗਰਭ ਤੇ ਚਲਦੇ ਹਨ ਬਹੁਤ ਸਾਰੇ, ਜਨਮ ਲੈਂਦੇ ਹਨ ਬਹੁਤ ਵਿਕਾਰਾ। ਇਹ ਜਿਹੜਾ ਮਾਣ ਹੰਕਾਰ ਹੈ ਜਾਤ ਦਾ, ਇਹ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਨੂੰ, ਵਿਕਾਰਾਂ ਨੂੰ, ਖਰਾਬੀਆਂ ਨੂੰ ਜਨਮ ਦਿੰਦਾ ਹੈ। ਅਸੀਂ ਦੇਖਦੇ ਹਾਂ, ਅਖਬਾਰਾਂ 'ਚ ਹੀ ਪੜ੍ਹਦੇ ਹਾਂ, ਕਲਹ ਕਲੇਸ਼, ਲੜਾਈ ਝਗੜੇ ਜਾਤਾਂ ਪਾਤਾਂ ਦੇ ਬੜੇ ਹੁੰਦੇ ਨੇ। ਸੋ ਇੱਕ ਦੂਜੇ ਨੂੰ ਜਾਤੀ ਸੂਚਕ ਸ਼ਬਦ ਦੇ ਨਾਲ ਸੰਬੋਧਿਤ ਕਰਨਾ, ਜਾਂ ਜਾਤ ਦਾ ਆਧਾਰ ਬਣਾ ਕੇ ਕਿਸੇ ਨੂੰ ਟੀਚਰ ਕਰਨੀ, ਕਿਸੇ ਨੂੰ ਨੀਵਾਂ ਦਿਖਾਣਾ, ਬੜਾ ਵੱਡਾ ਗੁਨਾਹ ਹੈ। ਸੋ ਇਸ ਗਰਭ ਤੇ ਚਲੇ ਬਹੁਤ ਵਿਕਾਰਾ ਰਹਾਓ, ਚਾਰੇ ਵਰਣ ਆਖੇ ਸਭ ਕੋਈ। ਹਰ ਕੋਈ ਇਹੀ ਆਖਦਾ ਵੀ ਚਾਰ ਵਰਣ ਨੇ ਜੀ। ਦੇਖੋ ਕਿਉਂ, ਜਿੱਦਾਂ ਉਹ ਸਦੀਆਂ ਤੋਂ ਚੱਲਦਾ ਆ ਰਿਹਾ, ਦਿਮਾਗ 'ਚ ਬੈਠਾ ਹੋਇਆ, ਚਾਰ ਵਰਣ ਨੇ, ਬ੍ਰਾਹਮਣ ਹੈ, ਖੱਤਰੀ ਹੈ। ਪਰ ਕਹਿੰਦੇ ਬ੍ਰਹਮ ਬਿੰਦ ਤੇ, ਇੱਥੇ ਬਿੰਦ ਦਾ ਮਤਲਬ ਹੈ ਬੀਜ, ਅਸਲਾ, ਓਰੀਜਨ, ਮੂਲ। ਬ੍ਰਹਮ ਦੇ ਮੂਲ ਤੋਂ, ਜਿਵੇਂ ਅੱਲਾ ਅਵਲ ਅੱਲਾ ਨੂਰੂ ਪਾਇਆ, ਹਨਾ, ਤੇ ਸਭ ਉਪਤ ਹੋਈ। ਉਪਤ ਮਾਨੇ ਉਤਪੱਤੀ, ਸਾਰੀ ਉਤਪੱਤੀ ਜਿਹੜੀ ਹੈ ਬ੍ਰਹਮ ਦੇ ਬੀਜ ਤੋਂ, ਅਰਥਾਤ ਅਕਾਲ ਪੁਰਖ ਦੀ ਹੁਕਮ ਤੋਂ, ਅਕਾਲ ਪੁਰਖ ਦੀ ਜੋਤ ਤੋਂ ਹੋਈ ਹੈ। ਸੋ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਅਕਾਲ ਪੁਰਖ ਨੇ ਆਪਣੀ ਜੋਤ ਤੋਂ ਵੱਖ-ਵੱਖ ਕੈਟੇਗਰੀਆਂ ਬਣਾ ਦਿੱਤੀਆਂ ਨੇ। ਅੱਗੇ ਅਸੀਂ ਦੇਖਾਂਗੇ ਸ਼ਬਦਾਂ ਵਿੱਚ। ਕਹਿੰਦੇ ਮਾਟੀ ਏਕ ਸਗਲ ਸੰਸਾਰਾ, ਸਾਰਾ ਸੰਸਾਰ ਇੱਕ ਮਿੱਟੀ ਦਾ ਬਣਿਆ ਹੋਇਆ ਹੈ। ਬਹੁ ਬਿਧ ਦਾ ਮਤਲਬ ਹੈ ਭਾਂਤ ਭਾਂਤ ਦੇ, ਕਈ ਤਰੀਕਿਆਂ ਦੇ ਭਾਂਡੇ। ਅਸੀਂ ਸਾਰੇ ਭਾਂਡੇ ਹਾਂ ਮਿੱਟੀ ਦੇ। ਘੜਾ ਘੁਮਹਾਰਾ, ਜਿਵੇਂ ਇੱਕ ਘੁਮਹਾਰ, ਇੱਕ ਪੋਟਰ ਇੱਕੋ ਮਿੱਟੀ ਲੈ ਕੇ ਦੀਵਾ ਬਣਾ ਦਿੰਦਾ ਹੈ, ਸੁਰਾਈ ਬਣਾ ਦਿੰਦਾ ਹੈ, ਕੁੱਜਾ ਬਣਾ ਦਿੰਦਾ ਹੈ, ਘੜਾ ਬਣਾ ਦਿੰਦਾ ਹੈ, ਚਾਟੀ ਬਣਾ ਦਿੰਦਾ ਹੈ, ਕਈ ਕਿਸਮ ਦੇ ਭਾਂਡੇ ਬਣਾ ਦਿੰਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਬਹੁਤ ਮਹਾਨ, ਸਰਬ ਕਲਾ ਭਰਪੂਰ, ਸਰਬ ਕਲਾ ਸਮਰੱਥ ਘੁਮਹਾਰ ਹੈਗਾ। ਤੇ ਅਸੀਂ ਸਾਰੇ ਜੀਵ ਉਸ ਅਕਾਲ ਪੁਰਖ ਪਰਮਾਤਮਾ ਦੇ ਬਣਾਏ ਹੋਏ ਭਾਂਡੇ ਹਾਂ। ਠੀਕ ਹੈ। ਫਿਰ ਕਹਿੰਦੇ ਪੰਜ ਤੱਤ ਮਿਲ ਦੇਹੀ ਕਾ ਆਕਾਰਾ। ਪੰਜ ਤੱਤ ਹੈਗੇ ਨੇ, ਮਿੱਟੀ ਹੈ, ਪਾਣੀ ਹੈ, ਆਪਣਾ ਸਪੇਸ ਹੈ, ਪੁਲਾੜ ਹੈ, ਅਗਨੀ ਹੈ, ਤੇ ਫਿਰ ਆਕਾਸ਼ ਹੈ। ਤੇ ਗੁਰੂ ਸਾਹਿਬ ਕਹਿੰਦੇ ਪੰਜ ਤੱਤ ਮਿਲ ਦੇਹੀ ਕਾ ਆਕਾਰਾ। ਇਹ ਪੰਜ ਤੱਤਾਂ ਦੇ ਨਾਲ ਪਰਮਾਤਮਾ ਨੇ ਜੋੜ ਕੇ ਦੇਹ ਦਾ, ਸਰੀਰ ਦਾ ਆਕਾਰ ਬਣਾ ਦਿੱਤਾ। ਕਹਿੰਦੇ ਘੱਟ ਵੱਧ ਕੋ ਕਰੇ ਵਿਚਾਰਾ। ਕਹਿੰਦੇ ਇਹਦੇ ਵਿੱਚ ਕੀ ਵਿਚਾਰ ਕੀਤੀ ਜਾ ਸਕਦੀ ਹੈ ਕਿ ਬ੍ਰਾਹਮਣ ਦੇ ਵਿੱਚ ਕੋਈ ਤੱਤ ਜ਼ਿਆਦਾ ਨੇ ਜਾਂ ਥੋੜੇ ਨੇ, ਜਾਂ ਸ਼ੂਦਰ ਵਿੱਚ ਇਦਾਂ ਦੇ ਨੇ, ਜਾਂ ਖੱਤਰੀ ਵਿੱਚ ਇਦਾਂ ਦੇ ਨੇ, ਜਾਂ ਵੈਸ਼ ਵਿੱਚ ਇਦਾਂ ਦੇ ਨੇ। ਕੀ ਅਸੀਂ ਕਹਿ ਸਕਦੇ ਹਾਂ ਵੀ ਇਹ ਤੱਤ ਉਹ 'ਚ ਜ਼ਿਆਦਾ ਨੇ? ਸਾਰਿਆਂ ਚੋਂ ਕੈਲਸ਼ੀਅਮ, ਫਾਸਫੋਰਸ, ਆਰਬੀਸੀਜ਼, ਡਬਲਿਊਬੀਸੀ, ਪਲੇਟਲੈਟਸ, ਹਨਾ, ਲੀਕੋਸਾਈਟਸ, ਹੋਰ ਥ੍ਰੋਮਬੋਸਾਈਟਸ, ਡਾਈਜੈਸਟਿਵ ਸਿਸਟਮ, ਸਰਕੂਲੇਟਰੀ ਸਿਸਟਮ, ਨਰਵਸ ਸਿਸਟਮ, ਸਾਰੀ ਚੀਜ਼ ਅਕਾਲ ਪੁਰਖ ਨੇ ਸਾਰਿਆਂ 'ਚ ਉਹ ਜੋ ਉਹਦੀ ਉਹ ਤੇ ਜਿਹੜੀ ਪਰਮਾਤਮਾ ਨੇ ਵਿਭਿੰਨਤਾ ਬਣਾਈ ਹੈ, ਮੇਰੇ ਪ੍ਰਭ ਸਾਚੇ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਪਰ ਸਾਰੇ ਜਿਹੜੇ ਜੀਵ ਨੇ ਉਹਨਾਂ ਦਾ ਅਸਲਾ ਜਿਹੜਾ ਹੈ ਉਹ ਉਹੀ ਹੈ। ਸੋ ਕਿਸੇ ਵਿੱਚ ਵੀ ਘੱਟ ਵੱਧ ਨਹੀਂ ਹੈਗੇ, ਇਹਦੀ ਵਿਚਾਰ ਨਹੀਂ ਕੀਤੀ ਜਾ ਸਕਦੀ। ਕਹਿਤ ਨਾਨਕ ਇਹ ਜੀਉ ਕਰਮ ਬੰਦ ਹੋਈ। ਇਹ ਜਿਹੜਾ ਜਿੰਦ ਹੈ, ਮਨ ਹੈ ਮਨੁੱਖ ਦਾ, ਚਾਹੇ ਬ੍ਰਾਹਮਣ ਦਾ ਹੈ ਚਾਹੇ ਸ਼ੂਦਰ ਦਾ ਹੈ, ਉਹ ਕਰਮਾਂ ਦਾ ਵੱਜਿਆ, ਆਪਣੇ ਕਰਮਾਂ ਦੇ ਸੰਸਕਾਰਾਂ ਦਾ ਵੱਜਿਆ ਭਟਕਦਾ ਹੈ, ਦੁਖੀ ਹੁੰਦਾ ਹੈ। ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਤੇ ਸਤਿਗੁਰੂ ਦੀ ਸ਼ਰਨ ਵਿੱਚ ਆਏ ਬਿਨਾਂ ਇਹਨਾਂ ਬੰਧਨਾਂ ਤੋਂ, ਇਹਨਾਂ ਵਿਕਾਰਾਂ ਤੋਂ ਮੁਕਤੀ ਨਹੀਂ ਹੋ ਸਕਦੀ। ਹੁਣ ਉਹ ਜਿਹੜਾ ਮੁਕਤ ਹੋਣ ਦੀ ਗੱਲ ਹੈ, ਉਹ ਚਾਹੇ
ਆਪਣੇ ਬ੍ਰਾਹਮਣ ਵਾਸਤੇ ਵੇ, ਚਾਹੇ ਸ਼ੂਦਰ ਵਾਸਤੇ ਵੇ, ਚਾਹੇ ਉਹਦੇ ਵੈਸ਼ ਵਾਸਤੇ ਵੇ, ਖੱਤਰੀ ਵਾਸਤੇ। ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਕੋਈ ਜਾਤ ਨਹੀਂ ਹੁੰਦੀ। ਇਹ ਪੰਜੇ ਵਿਕਾਰ ਸਾਰੀਆਂ ਜਾਤਾਂ ਨੂੰ ਇੱਕੋ ਜਿਹਾ ਢਾਉਂਦੇ ਨੇ, ਉਹਨਾਂ ਦੇ ਇੱਕੋ ਜਿਹਾ ਹੱਲਾ ਬੋਲਦੇ ਨੇ। ਤੇ ਜਿਹੜੇ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਦੀ ਵੀ ਕੋਈ ਜਾਤ ਪਾਤ ਨਹੀਂ ਹੁੰਦੀ। ਅਸੀਂ ਇਹ ਤਾਂ ਨਹੀਂ ਕਹਿ ਸਕਦੇ ਇਹ ਸੰਤੋਖ ਬ੍ਰਾਹਮਣ ਵਾਲਾ ਹੁੰਦਾ ਤੇ ਇਹ ਸੰਤੋਖ ਸ਼ੂਦਰ ਵਾਲਾ ਹੁੰਦਾ। ਸੋ ਜਿਹੜੇ ਮਨੁੱਖ ਵਿੱਚ ਜਿਹੜੇ ਗੁਣ ਹੁੰਦੇ ਨੇ, ਉਹ ਗੁਣ ਸਾਰੀ ਮਨੁੱਖਤਾ ਨੂੰ ਪ੍ਰਭਾਵਿਤ ਕਰਦੇ ਨੇ। ਸੋ ਆਓ ਅਗਲਾ ਹੁਣ ਸ਼ਬਦ ਦੇਖੀਏ ਇੱਕ ਹੋਰ। ਭਗਤ ਕਬੀਰ ਜੀ, ਗੌੜੀ ਕਬੀਰ ਜੀ, ਗੌੜੀ ਰਾਗ ਵਿੱਚ, ਗਰਭਵਾਸ ਮੈਂ ਕੁਲ ਨਹੀਂ ਜਾਤੀ। ਕੁਲ ਮੈਨੇ ਖਾਨਦਾਨ, ਜਾਤੀ ਜਿਹੜਾ ਅਸੀਂ ਜਾਣਦੇ ਹਾਂ ਸ਼ਬਦ ਜਾਤੀ ਦਾ। ਗਰਭਵਾਸ, ਗਰਭ ਦੇ ਵਿੱਚ ਜਦੋਂ ਜਨਮ ਲੈਂਦਾ ਹੈ ਪ੍ਰਾਣੀ, ਤੇ ਜਦੋਂ ਉਹਦਾ ਡਿਵੈਲਪਮੈਂਟ ਸ਼ੁਰੂ ਹੁੰਦੀ ਹੈ, 9 ਮਹੀਨੇ ਲੱਗਦੇ ਨੇ ਤਿਆਰ ਹੋਣ ਨੂੰ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਪੰਡਤ ਜੀ, ਵੀ ਗਰਭਵਾਸ ਮੈਂ ਕੁਲ ਨਹੀਂ ਜਾਤੀ। ਮਾਤਾ ਦੇ ਪੇਟ ਵਿੱਚ ਨਾ ਕੋਈ ਖਾਨਦਾਨ ਹੁੰਦਾ ਤੇ ਨਾ ਕੋਈ ਜਾਤ ਹੁੰਦੀ ਹੈ। ਬ੍ਰਹਮ ਬਿੰਦ ਤੇ ਸਭ ਉਤਪਾਤੀ, ਉਹੀ ਗੱਲ ਦੂਜੇ ਰੂਪ ਵਿੱਚ ਗੁਰੂ ਸਾਹਿਬ ਆਪਣੇ ਗੁਰੂ ਅਮਰਦਾਸ ਜੀ ਨੇ ਉਦਾਂ ਕਹੀ ਸੀ, ਭਗਤ ਕਬੀਰ ਜੀ ਇਦਾਂ ਕਹਿੰਦੇ ਨੇ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਬ੍ਰਹਮ ਦੇ ਅਸਲੇ ਤੋਂ ਹੀ, ਬ੍ਰਹਮ ਦੀ ਜੋਤ ਤੋਂ ਹੀ, ਬ੍ਰਹਮ ਦੇ ਬੀਜ ਤੋਂ ਹੀ ਸਾਰੀ ਉਤਪਤੀ ਹੋਈ ਹੈ। ਕਹੋ ਰੇ ਪੰਡਿਤ, ਪੰਡਿਤ ਜੀ ਦੱਸੋ, ਬਾਹਮਣ ਕਬ ਕੇ ਹੋਏ? ਕਿਹੜੇ ਪੜਾਅ ਤੇ ਆ ਕੇ, ਕਿਹੜੇ ਸਟੇਜ ਤੇ ਤੁਸੀਂ ਕਹਿ ਸਕਦੇ ਹੋ ਕਿ ਇਸ ਮੂਮੈਂਟ ਤੇ ਆ ਕੇ, ਇਸ ਮੋੜ ਤੇ ਆ ਕੇ, ਜੀਵਨ ਦੇ ਆ ਕੇ ਬੰਦਾ ਬ੍ਰਾਹਮਣ ਬਣ ਜਾਂਦਾ ਹੈ? ਬਾਹਮਣ ਕਹਿ ਕੇ ਜਨਮ ਮਤ ਖੋਏ। ਇਹ ਅਹੰਕਾਰ ਕਰ ਕਰਕੇ ਮੈਂ ਬਾਹਮਣ ਹਾਂ, ਮੈਂ ਬਾਹਮਣ ਹਾਂ, ਮੈਂ ਬਾਹਮਣ ਹੀ ਕਿਉਂ, ਮੈਂ ਜੱਟ ਹਾਂ, ਅਸੀਂ ਖੱਤਰੀ ਹੈਗੇ ਹਾਂ, ਅਸੀਂ ਖੁਖਰੈਨ ਹੈਗੇ ਹਾਂ, ਅਸੀਂ ਸੈਣੀ ਹੈਗੇ ਹਾਂ, ਅਸੀਂ ਰਾਮਗੜੀਏ ਹੈਗੇ ਹਾਂ, ਇਹ ਕਹਿ ਕੇ ਜਨਮ ਮਤ ਖੋਏ। ਪਰ ਦੇਖੋ ਇਹ ਵੀ ਬੜੀ ਦੁੱਖ ਦੀ ਗੱਲ ਏ, ਅਸੀਂ 4 ਜਾਤਾਂ ਗਿਣਾਈਆਂ ਪਹਿਲੇ, ਤੇ ਸਾਡੇ ਸਿੱਖਾਂ ਦੀ ਬਹੁ ਗਿਣਤੀ ਜੇ ਦੇਖੀਏ ਪਿੰਡਾਂ ਵਿੱਚ ਖੱਤਰੀਆਂ ਨੂੰ ਛੱਡ ਦਈਏ ਤੇ ਜੱਟ, ਸੈਣੀ, ਰਾਮਗੜੀਏ, ਕਿੰਨੇ ਲੋਹਾਰ ਕਿੰਨੇ ਹੈਗੇ ਨੇ। ਤਾਂ ਮੈਂ ਦੇਖਿਆ ਵੀ ਜੇ ਆਪਣੇ ਨੂੰ ਪੁੱਛੀਏ ਕਿ ਜੱਟ, ਰਾਮਗੜੀਏ ਇਹ ਕੀ ਬਾਹਮਣਾ ਵਿੱਚ ਆਉਂਦੇ ਨੇ? ਨਹੀਂ। ਕਿ ਖੱਤਰੀਆਂ ਚ ਆਉਂਦੇ ਨੇ? ਨਹੀਂ। ਕਿ ਵੈਸ਼ ਆਉਂਦੇ ਨੇ? ਨਹੀਂ। ਤੇ ਸ਼ੂਦਰ ਚ ਆਉਂਦੇ ਹੋਣਗੇ। ਇਹਦਾ ਮਤਲਬ ਇਹ ਹੋਇਆ ਕਿ ਅੱਜ ਬੇਸ਼ੱਕ ਅਸੀਂ ਇਸ ਗੱਲ ਦਾ ਮਾਣ ਕਰਦੇ ਹਾਂ, ਤੇ ਸਾਰੇ ਜਿਹੜੇ ਸੀਗੇ ਲੋਹਾਰ, ਜੱਟ, ਰਾਮਗੜੀਏ, ਇਹ ਸਾਰੇ ਸ਼ੂਦਰਾਂ ਵਿੱਚ ਹੀ ਕੈਟੇਗਰੀ ਸੀ, ਤੇ ਸਾਰੇ ਬਾਹਮਣਾਂ ਦੇ ਹੱਥੋਂ ਛਿੱਤਰ ਖਾਂਦੇ ਸੀਗੇ, ਉਹਨਾਂ ਦਾ ਸ਼ੋਸ਼ਣ ਹੁੰਦਾ ਸੀਗਾ। ਇਹ ਤੇ ਗੁਰੂ ਨਾਨਕ ਪਾਤਸ਼ਾਹ ਆਏ, ਉਹਨਾਂ ਨੇ ਬਾਂਹ ਫੜੀ ਤੇ ਇੱਕ ਅਕਾਲ ਪੁਰਖ ਨਾਲ ਜੋੜਿਆ ਤੇ ਲੋਕਾਂ ਵਿੱਚ ਅਣਖ ਜਗਾਈ, ਤੇ ਅੱਜ ਅਸੀਂ ਮਾਣ ਕਰਦੇ ਹਾਂ ਇਸ ਗੱਲ ਦਾ। ਤੇ ਮੈਂ ਇੱਕ ਗੱਲ ਹੋਰ ਕਹਿ ਦੇਵਾਂ, ਜਿਹੜੀ ਜੱਟ ਕਮਿਊਨਿਟੀ ਹੈਗੀ ਹੈ, ਇਹ ਤੇ ਰਾਜਸਥਾਨ 'ਚ ਵੀ ਹੈਗੀ ਹੈ, ਆਪਣਾ ਵਿੱਚ ਆਪਣਾ ਮੱਧ ਪ੍ਰਦੇਸ਼ ਵਿੱਚ ਵੀ ਹੈਗੀ ਹੈ। ਪਰ ਜੋ ਅਣਖ, ਜੋ ਸਵੈਮਾਨ, ਤੋਂ ਜੋ ਪ੍ਰੋਸਪੈਰਿਟੀ, ਜੋ ਸੋਚ ਪੰਜਾਬ ਜਾਂ ਕੁਝ ਹੱਦ ਤੱਕ ਹਰਿਆਣਾ ਦੇ ਜੱਟਾਂ ਦੀ ਹੈਗੀ ਹੈ, ਉਹ ਬਿਲਕੁਲ ਵੱਖਰੀ ਹੈ। ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਸਿਰਫ ਇੱਕ ਹੈ, ਉਹ ਹੈ ਸਿੱਖੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖੀ ਉਹਨਾਂ ਦੇ ਪੱਲੇ ਹੈਗੀ ਹੈ। ਤੇ ਦੂਜਾ ਇੱਕ ਜਿਹੜਾ ਯੋਗਦਾਨ ਹੈਗਾ, ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ, ਤੇ ਉਹਨਾਂ ਨੇ ਇੱਕੋ ਝਟਕੇ ਵਿੱਚ ਜ਼ਗੀਰਦਾਰੀ ਖਤਮ ਕਰਕੇ ਜਿਹੜੇ ਕਾਮੇ ਸੀਗੇ, ਜਿਹੜੇ ਖੇਤੀ ਕਰਦੇ ਸੀ, ਉਹਨਾਂ ਨੂੰ ਜ਼ਮੀਨਾਂ ਦੇ ਮਾਲਿਕ ਬਣਾਇਆ। ਸੋ ਇਹ ਯੋਗਦਾਨ ਉਹਦਾ ਹੈਗਾ। ਇਹਦੇ ਵਿੱਚ ਜੇ ਅੱਜ ਅਸੀਂ ਜੱਟ ਹੋਣ ਦਾ ਮਾਣ ਕਰਦੇ ਹਾਂ, ਰਾਮਗੜ੍ਹੀ ਹੋਣ ਦਾ ਮਾਣ ਕਰਦੇ ਹਾਂ, ਤੇ ਇਹ ਬਹੁਤ ਵੱਡੀ ਮੂਰਖਤਾ ਹੈ। ਇਹ 'ਚ ਸਾਡਾ ਆਪਣਾ ਕੋਈ ਯੋਗਦਾਨ ਨਹੀਂ ਹੈਗਾ, ਇਹਦੇ ਪਿੱਛੇ ਗੁਰੂਆਂ ਦੀ ਕੀਤੀ ਹੋਈ ਕੁਰਬਾਨੀ ਹੈਗੀ। ਸੋ ਇਹ ਸਾਨੂੰ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਸਾਨੂੰ ਗੁਰੂ ਸਾਹਿਬ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਬਜਾਏ ਆਪਣੀਆਂ ਜਾਤਾਂ ਦੇ ਤੇ ਇਹਨਾਂ ਚੀਜ਼ਾਂ ਦੇ ਮਾਣ ਕਰਨ ਦੇ। ਸੋ ਕਹਿੰਦੇ ਬਾਹਮਣ ਕਹਿ ਕੇ ਜਨਮ ਮਤ ਖੋਏ। ਜੇ ਬਾਹਮਣ ਕਹਿ ਕੇ ਜਨਮ ਮਤ ਖੋਏ ਤੇ ਫਿਰ ਜੱਟ ਕਹਿ ਕੇ ਵੀ ਜਨਮ ਖੋਇਆ ਜਾਏਗਾ, ਰਾਮਗੜ੍ਹੀ ਕਹਿ ਕੇ ਵੀ ਜਨਮ ਖੋਇਆ ਜਾਏਗਾ। ਸੋ ਆਪਣੇ ਆਪ ਨੂੰ ਜਾਤ ਦੇ ਆਧਾਰ ਤੇ ਆਪਣੀ ਕੈਟੇਗਰੀ ਬਣਾਉਣੀ ਤੇ ਆਪਣੇ ਆਪ ਨੂੰ ਦੱਸਣਾ ਵੀ ਅਸੀਂ ਇਦਾਂ ਦੇ ਹੁੰਦੇ ਹਾਂ, ਤੇ ਇਹ ਮੂਰਖਤਾ ਹੈ। ਫਿਰ ਅੱਗੇ ਦੇਖੋ, ਕਹਿੰਦੇ ਨੇ ਗੁਰੂ ਆਪਣਾ ਭਗਤ ਕਬੀਰ ਜੀ ਕਿੰਨੇ ਸੋਹਣੇ ਢੰਗ ਨਾਲ ਸਮਝਾਉਂਦੇ ਨੇ। ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ, ਬ੍ਰਹਮਣੀ ਜਾਇਆ, ਜਾਇਆ ਮੈਨੇ ਜਨਮਿਆ, ਬ੍ਰਹਮਣੀ ਮੈਨੇ ਔਰਤ, ਜਿਹੜੀ ਇਸਤਰੀ ਲਿੰਗ ਬ੍ਰਹਮਣੀ, ਬ੍ਰਾਹਮਣ ਵਾਸਤੇ ਇਸਤਰੀ ਲਿੰਗ। ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ, ਜੇ ਤੂੰ ਬ੍ਰਾਹਮਣੀ ਦਾ ਜੰਮਿਆ ਹੋਇਆ, ਤੂੰ ਬ੍ਰਾਹਮਣ ਹੈ, ਤੋ ਆਨ ਬਾਟ ਕਾਹੇ ਨਹੀਂ ਆਇਆ, ਬਾਟ ਮੈਨੇ ਰਸਤਾ, ਫਿਰ ਤੂੰ ਕਿਸੇ ਹੋਰ ਪ੍ਰਕਿਰਿਆ ਰਾਹੀਂ ਪੈਦਾ ਕਿਉਂ ਨਹੀਂ ਹੋਇਆ? ਇਹ ਕਹਿੰਦਾ ਜਿੱਦਾਂ ਮੇਰੇ ਜੁਲਾਹੇ ਦਾ ਜਨਮ ਹੋਇਆ ਮਾਤਾ ਪਿਤਾ ਦੇ ਸੰਜੋਗ ਦਾ, ਤੇਰਾ ਵੀ ਮਾਤਾ ਪਿਤਾ ਦੇ ਸੰਜੋਗ ਨਾਲ ਜਨਮ ਹੋਇਆ। ਜਿਵੇਂ ਹੋਰ ਦੁਨੀਆ ਵਿੱਚ ਇਨਸਾਨ ਜੰਮਦੇ ਨੇ, ਔਰਤ ਮਰਦ ਜੰਮਦੇ ਨੇ, ਇਹ ਬ੍ਰਾਹਮਣ ਜੀ ਤੁਹਾਡਾ ਜਨਮ ਵੀ ਉਸ ਤਰ੍ਹਾਂ ਹੀ ਹੁੰਦਾ ਹੈ। ਤੇ ਜੇ ਤੂੰ ਬ੍ਰਾਹਮਣੀ ਦਾ ਜਾਇਆ ਬ੍ਰਾਹਮਣ ਹੈਗਾ, ਸਪੈਸ਼ਲ ਹੈਗਾ, ਤੇਰਾ ਕੋਈ ਸਪੈਸ਼ਲ ਰੁਤਬਾ ਹੋਣਾ ਚਾਹੀਦਾ ਹੈ, ਸਪੈਸ਼ਲ ਸਟੇਟਸ ਹੋਣਾ ਚਾਹੀਦਾ ਹੈ, ਫਿਰ ਤੂੰ ਕਿਸੇ ਹੋਰ ਢੰਗ ਦੇ ਨਾਲ ਕਿਉਂ ਨਹੀਂ ਜਨਮਿਆ? ਕਿੰਨਾ ਵੱਡਾ ਕਟਾਕਸ਼ ਭਗਤ ਕਬੀਰ ਜੀ ਕਰਦੇ ਨੇ। ਇਹ ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਤੂੰ ਕਦੋਂ ਦਾ ਬ੍ਰਾਹਮਣ ਤੇ ਮੈਂ ਕਦੋਂ ਦਾ ਸ਼ੂਦ।
ਫਿਰ ਅੱਗੇ ਕੀ ਕਹਿੰਦੇ ਨੇ, ਹਮਕਤ ਲੋਹੂ ਤੁਮਕਤ दूध, ਕਿ ਮੇਰੀ ਰਗਾਂ ਵਿੱਚ ਖੂਨ ਵਗਦਾ ਪਿਆ ਤੇ ਕਿ ਤੇਰੀ ਰਗਾਂ ਵਿੱਚ ਦੁੱਧ ਵਗਦਾ ਪਿਆ। ਫਿਰ ਕਹਿੰਦੇ ਕਹੋ ਕਬੀਰ ਜੋ ਬ੍ਰਹਮ ਵਿਚਾਰਾ ਹੈ। ਫਿਰ ਆਪਣੀ ਡੈਫੀਨੇਸ਼ਨ ਦਿੰਦੇ ਨੇ, ਆਪਣੀ ਪਰਿਭਾਸ਼ਾ ਦਿੰਦੇ ਨੇ ਕਿ हे ਕਬੀਰ ਆਖ, ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਸੋ ਬ੍ਰਾਹਮਣ ਕਈਅਤ ਹੈ ਹਮਾਰੇ, ਭਾਈ ਸਾਡੇ ਖੇਤਰ ਵਿੱਚ ਮੇਰੇ ਹਿਸਾਬ ਨਾਲ, ਅਰਥਾਤ ਸਾਡੇ ਹਿਸਾਬ ਨਾਲ ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ। ਬ੍ਰਾਹਮਣ ਦੇ ਘਰ ਲੈਣ ਵਾਲਾ ਬ੍ਰਾਹਮਣ ਨਹੀਂ, ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਉਹ ਬ੍ਰਾਹਮਣ ਹੈ। ਸੋ ਐਸੀ ਦੋ ਸ਼ਬਦ। ਆਓ ਹੁਣ ਅੱਗੇ ਕੁਝ ਹੋਰ ਗੁਰਬਾਣੀ ਚੋਂ ਅਸੀਂ ਉਦਾਹਰਨ ਲਈਏ ਤੇ ਅਲੱਗ-ਅਲੱਗ ਨੁਕਤੇ ਜਿਹੜੇ ਨੇ ਉਹ ਸਾਂਝੇ ਕਰੀਏ। ਆਓ ਨੀਵਿਆਂ ਨੂੰ ਗੱਲ ਨਾਲ ਲਾਈਏ। ਗੁਰੂ ਸਾਹਿਬ ਦਾ ਬੜਾ ਇਨਕਲਾਬੀ ਬਚਨ ਗੁਰੂ ਨਾਨਕ ਪਾਤਸ਼ਾਹ ਦਾ, ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਕਾਸਟ ਹੈਗੀਆਂ ਤੇ ਫਿਰ ਉਪ ਕਾਸਟ, ਸਬ ਕਾਸਟ ਵੀ ਹੈਗੀਆਂ, ਜਾਤਾਂ ਦੀ ਉਪਜਾਤੀਆਂ ਵੀ ਹੈਗੀਆਂ, ਨੀਵੀਆਂ ਦੀ ਜਾਤਾਂ ਵੀ ਹੈਗੀਆਂ। ਪਰ ਇਹ ਬੜੇ ਦੁੱਖ ਦੀ ਗੱਲ ਹੈ, ਉੱਚੀ ਜਾਤ ਵਾਲੇ ਤੇ ਨੀਵੀਂ ਜਾਤ ਵਾਲਿਆਂ ਦਾ ਤਿਰਸਕਾਰ ਕਰਦੇ ਹੀ ਨੇ, ਤੇ ਜਿਹੜੇ ਨੀਵੀਂ ਜਾਤਾਂ ਦਾ ਗਰੁੱਪ ਹੈਗਾ ਉਹਦੇ ਵਿੱਚ ਵੀ ਜਿਹੜੇ ਰਿਲੇਟਿਵਲੀ ਉੱਪਰ ਹੈਗੇ ਨੇ, ਉਹ ਅੱਤ ਦੇ ਜਿਹੜੇ ਨੀਵੇਂ ਹੈਗੇ ਨੇ, ਜਿਨ੍ਹਾਂ ਨੂੰ ਚਮਾਰ ਕਹਿ ਲਓ, ਚੂੜੇ ਕਹਿ ਲਓ, ਵਾਲਮੀਕੀ ਕਹਿ ਲਓ, ਜਾਂ ਹੋਰ ਪਤਾ ਨਹੀਂ ਕਿਹੜੇ ਨਾਂ ਦਿੱਤੇ ਨੇ, ਉਹ ਜਿਹੜੇ ਆਪ ਖੁਦ ਵੀ ਨੀਵੇਂ ਨੇ। ਮਤਲਬ ਕਿ ਉਹੀ ਹਾਲ ਹੈ ਵੀ ਮੈਂ ਕਈ ਵਾਰ ਏਦਾਂ ਕਹਿਣਾ ਨਹੀਂ ਚਾਹੀਦਾ, ਮਤਲਬ ਕਿ ਮੈਂ ਉਦਾਹਰਨ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜੀ ਨੂੰਹ ਆਪਣੀ ਸੱਸ ਦੇ ਰਾਹੀਂ, ਸੱਸ ਦੇ ਹੱਥੀਂ ਬੜੀ ਦੁਖੀ ਹੁੰਦੀ ਹੈ, ਸਤਾਈ ਹੁੰਦੀ ਹੈ, ਉਹ ਜਦੋਂ ਸੱਸ ਬਣਦੀ ਹੈ ਉਹ ਫਿਰ ਅੱਗੇ ਆਪਣੀ ਨੂੰਹ ਨੂੰ ਉਨੇ ਆਪਣਾ ਤੰਗ ਕਰਦੀ ਹੈਗੀ ਹੈ। ਸੋ ਕਹਿਣ ਦਾ ਮਤਲਬ ਹੈ ਕਿੰਨੀ ਅਜੀਬ ਗੱਲ ਹੈ ਕਿ ਜਿਹੜੀਆਂ ਨੀਵੀਂ ਜਾਤਾਂ ਦਾ ਜਿਹੜਾ ਗਰੁੱਪ ਹੈਗਾ ਉਹ ਚ ਜਿਹੜੇ ਉੱਚੀ ਜਾਤ ਵਾਲਿਆਂ ਤੋਂ ਉਹਨਾਂ ਤੋਂ ਤਿਰਸਕਾਰ ਹੁੰਦਾ ਰਿਹਾ, ਉਹ ਜਿਹੜੇ ਆਪਣੇ ਤੋਂ ਨੀਵੇਂ ਨੇ ਉਹਨਾਂ ਦੇ ਨਾਲ ਉਹੀ ਉਦਾਂ ਦਾ ਵਰਤਾਵ ਕਰਦੇ ਨੇ। ਸੋ ਇਹ ਜਿਹੜੀ ਚੀਜ਼ ਹੈ ਇਹ ਧਿਆਨ ਰੱਖਣ ਵਾਲੀ ਹੈ ਕਿ ਗੁਰੂ ਸਾਹਿਬ ਨੇ ਕੀ ਸਾਨੂੰ ਸਮਝਾਇਆ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਇਹ ਵੀਰ ਜੀ ਕੀ ਆ ਰਿਹਾ, ਸਕ੍ਰਿਬਲਿੰਗ ਕੌਣ ਕਰ ਰਿਹਾ, ਕਿੱਦਾਂ ਹੋ ਰਹੀ ਹੈ? ਅੱਛਾ ਮੈਂ ਕਰਨ ਲੱਗਾ ਬੰਦ। ਅੱਛਾ ਮੈਨੂੰ ਸਮਝ ਨਹੀਂ, ਮੈਂ ਸੱਚੇ ਮੇਰੇ ਕੋਲ ਹੋ ਰਿਹਾ ਕੁਛ ਸ਼ਾਇਦ। ਅੱਛਾ ਠੀਕ ਹੈ, ਓਕੇ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਵੀ ਨੀਚਾਂ ਦੇ ਅੰਦਰ ਤੁਹਾਨੂੰ ਆਪਣੇ ਲੈਵਲ ਤੇ ਕੰਮ ਕਰਨਾ ਪਏਗਾ। ਇੱਕ ਮਿੰਟ ਜਿਹੜਾ ਤੁਸੀਂ ਨਾ ਜਿੱਥੇ ਉੱਪਰ ਆਪਸ਼ਨਸ ਆ ਰਹੀਆਂ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਗੁਰੂ ਸਾਹਿਬ ਨੇ ਕਰਕੇ ਦਿਖਾਇਆ। ਜਦੋਂ ਉਹਨਾਂ ਨੇ ਮਲਕ ਭਾਗੋ ਦੇ ਮਾਲਪੂਏ ਉਹਦਾ ਜੋ ਸੱਦਾ ਸੀਗਾ ਉਹ ਤੋਂ ਇਨਕਾਰ ਕੀਤਾ ਤੇ ਭਾਈ ਲਾਲੋ ਦੇ ਘਰ ਜਾ ਕੇ ਉਹ ਜਿਹੜੀ ਉਹਦੀ ਕਿਰਤ ਦੀ, ਧਰਮ ਦੀ ਕਿਰਤ ਦੀ ਕਮਾਈ ਸੀ, ਉਹਦੇ ਨਾਲ ਕੋਦਰੇ ਦੀ ਰੋਟੀ ਖਾਧੀ। ਪਰ ਮਾਫ ਕਰਨਾ ਅੱਜ ਸਾਡਾ ਕੀ ਹਾਲ ਹੈਗਾ, ਅਸੀਂ ਦੇਖ ਲਈਏ, ਆਪਣੇ ਦੇ ਛਾਤੀ ਮਾਰਨ ਦੀ ਲੋੜ ਹੈ। ਕਈ ਵਾਰ ਸਾਨੂੰ ਇਦਾਂ ਲੱਗਦਾ ਕਿ ਸਾਡੀਆਂ ਜਿਹੜੀਆਂ ਕਲਾਸਿਸ ਹੈਗੀਆਂ ਵੀ ਇਲੀਟ ਕਲੱਬ ਬਣ ਗਏ ਨੇ, ਜਿੱਦਾਂ ਰੋਟਰੀ ਕਲੱਬ ਜਾਂ ਲਾਇਨਸ ਕਲੱਬ ਨਹੀਂ ਹੁੰਦੇ ਰੱਜੇ ਪੁੱਜੇ ਬੰਦਿਆਂ ਦੇ, ਉਹਦੇ ਪੈਰਲਲ ਅਸੀਂ ਇਹ ਕਰ ਲਿਆ। ਤੇ ਸਾਡੇ ਗੁਰਦੁਆਰਿਆਂ ਵਿੱਚ ਦੇਖੀਏ, ਗੁਰਦੁਆਰਿਆਂ ਵਿੱਚ ਵੀ ਇਹ ਹਾਲ ਹੈ, ਜਿਹੜੇ ਕਮੇਟੀਆਂ 'ਚ ਬੰਦੇ ਹੁੰਦੇ ਨੇ ਉਹ ਸਾਰੇ ਰੱਜੇ ਪੁੱਜੇ ਧਨਾੜ ਬੰਦੇ ਹੁੰਦੇ ਨੇ। ਮੈਂ ਨਹੀਂ ਕਦੀ ਦੇਖਿਆ ਵੀ ਸਧਾਰਨ ਜਿਹਾ ਗੁਰਸਿੱਖ ਜਿਹੜਾ ਹੋਵੇ, ਜੋ ਬਹੁਤ ਹੀ ਮਤਲਬ ਕਿ ਬਿਲਕੁਲ ਸਧਾਰਨ ਜਿਹਾ ਹੋਵੇ, ਉਹਨੂੰ ਕਿਸੇ ਉੱਚੇ ਰੁਤਬੇ ਤੇ ਬਿਠਾਇਆ ਜਾਂਦਾ ਹੋਵੇ। ਈਵਨ ਮੈਨੂੰ ਇਹ ਸ਼ੇਅਰ ਕਰਨ ਵਿੱਚ, ਸਾਂਝਾ ਕਰਨ 'ਚ ਕੋਈ ਸ਼ਰਮ ਨਹੀਂ ਹੈਗੀ। 2 ਸਾਲ ਪਹਿਲੇ ਆਰਟੀਕਲ ਪੜ੍ਹਿਆ ਸੀ ਅਖਬਾਰ ਵਿੱਚ, ਕਿਸੇ ਬੰਦੇ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਆਪਣੇ ਗੁਰਸਿੱਖ ਨੇ, ਮੈਂ ਉਹਨੂੰ ਜਾਣਦਾ, ਮੈਂ ਉਹਦਾ ਨਾਂ ਨਹੀਂ ਦੱਸਾਂਗਾ, ਤੇ ਉਹਨੇ ਸਟਿੰਗ ਆਪਰੇਸ਼ਨ ਕੀਤਾ ਤੇ ਪੰਜਾਬ ਦੇ 52 ਗੁਰਦੁਆਰੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅੰਡਰ ਨੇ, ਉਹਨੇ ਫੋਨ ਕਰਕੇ ਪੁੱਛੇ, ਸਾਰੇ ਦੇ ਸਾਰੇ ਮੈਨੇਜਰ ਜਿਹੜੇ ਸੀਗੇ ਉਹ ਇੱਕੋ ਹੀ ਜਾਤ, ਅਖੌਤੀ ਜਾਤ ਨਾਲ ਜੁੜੇ ਹੋਏ ਸੀਗੇ ਪੰਜਾਬ ਦੇ ਵਿੱਚ। ਤੇ ਇਹ ਪੰਜਾਬ ਦੇ ਗੁਰਦੁਆਰਿਆਂ ਵਿੱਚ ਕੀ ਕੀਤਾ ਜਾਂਦਾ ਹੈ, ਜੇ ਕਿਸੇ ਦਲਿਤ ਭਾਈਚਾਰੇ ਚੋਂ ਜੇ ਕੋਈ ਗੁਰਸਿੱਖ ਹੈਗਾ ਉਹਨੂੰ ਕਿਤੇ ਕੰਮ ਤੇ ਲਾਇਆ ਜਾਂਦਾ ਹੈ, ਤੇ ਕਿਹੜੇ ਕੰਮ ਤੇ ਲਾਇਆ ਜਾਂਦਾ ਹੈ, ਉਹ ਜਿਹੜਾ ਬਿਲਕੁਲ ਉਹਨੂੰ ਲਾਂਗਰੀ ਵਾਲੇ ਪਾਸੇ, ਭਾਂਡੇ ਮਾਂਜਣ ਵਾਲੇ ਪਾਸੇ, ਝਾੜੂ ਵਾਲੇ ਪੋਚੇ ਵਾਲੇ ਪਾਸੇ, ਪਰ ਕਿਸੇ ਉਹਦੀ ਲਿਆਕਤ ਦੇ ਬਾਵਜੂਦ ਵੀ ਉਹਨੂੰ ਕਿਸੇ ਉੱਚੇ ਰੁਤਬੇ ਤੇ ਨਹੀਂ ਲਾਇਆ ਜਾਂਦਾ। ਸੋ ਇਹਦਾ ਮਤਲਬ ਇਹ ਹੈ ਕਿ ਅਸੀਂ ਜੋ ਗੁਰੂ ਸਾਹਿਬ ਦੇ ਉਪਦੇਸ਼ ਨੇ ਵੀ ਨੀਚੇ ਊਂਚ ਕਰੇ ਮੇਰਾ ਗੋਬਿੰਦ, ਉਹ ਤੇ ਫੁੱਲ ਨਹੀਂ ਚੜਾ ਰਹੇ, ਉਹਦੀ ਉਲੰਘਣਾ ਕਰਦੇ ਪਏ ਹਾਂ। ਸੋ ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਗੁਰੂ ਸਾਹਿਬ ਕਹਿੰਦੇ ਮੈਂ ਨਾਨਕ ਦੀ ਸਾਂਝ, ਉੱਠਣਾ ਬੈਠਣਾ ਅੱਤ ਦੇ ਨੀਵਿਆਂ ਨਾਲ ਹੈ, ਤੇ ਮੇਰੀ ਵੱਡਿਆਂ ਦੇ ਨਾਲ, ਜਿਹੜੇ ਮਾਇਆਧਾਰੀ ਵੱਡੇ ਨੇ, ਮੇਰਾ ਉਹਦੇ ਨਾਲ ਕੀ ਰੀਸ ਹੈ। ਇਹ ਗੁਰੂ ਸਾਹਿਬ ਕਹਿ ਰਹੇ ਨੇ, ਜਿਹੜੇ ਕਿ ਆਪ ਇੰਨੇ ਅਮੀਰ ਪਰਿਵਾਰ ਚੋਂ ਸੀਗੇ, ਕਿਉਂਕਿ ਕਹਿੰਦੇ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਗੁਰੂ ਸਾਹਿਬ ਨਾਲ ਕਾਰਨ ਵੀ ਦੱਸਦੇ ਨੇ, ਕਹਿੰਦੇ ਜਿੱਥੇ ਨੀਵਿਆਂ ਦੀ ਸੰਭਾਲ ਹੁੰਦੀ ਹੈ। ਇਹਦਾ ਗੁਰੂ ਸਾਹਿਬ ਨੇ ਕਿਉਂ ਕਿਹਾ? ਦੇਖੋ ਅਸੀਂ ਅਕਾਲ ਪੁਰਖ ਨੂੰ ਗਰੀਬ ਨਿਵਾਜ ਕਹਿੰਦੇ ਆ। ਗਰੀਬ ਨਿਵਾਜ ਦਾ ਕੀ ਮਤਲਬ ਹੈ? ਜੋ ਗਰੀਬਾਂ ਨੂੰ ਨਿਵਾਜਦਾ ਹੈ, ਗਰੀਬਾਂ ਨੂੰ ਉੱਚੀ ਪਦਵੀ ਤੇ ਬਿਠਾਉਂਦਾ ਹੈ। ਭਗਤ ਰਵਿਦਾਸ ਜੀ ਵੀ ਕਹਿੰਦੇ ਨੀਚੇ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ।
ਅਰਥਾਤ ਨੀਚਿਆਂ ਨੂੰ ਉੱਚੇ ਚੱਕਣਾ ਇਹ ਧਰਮੀ ਮਨੁੱਖਾਂ ਦਾ ਇੱਕ ਕਿਰਦਾਰ ਦਾ ਹਿੱਸਾ ਹੋਣਾ ਚਾਹੀਦਾ। ਇੱਕ ਫਿਰ ਅਸੀਂ ਅਕਾਲ ਪੁਰਖ ਨੂੰ ਦੀਨਬੰਧ ਵੀ ਕਹਿੰਦੇ ਆ। ਦੀਨਬੰਧ ਕੌਣ ਹੁੰਦਾ ਹੈ? ਜੋ ਨਿਤਾਣਾ, ਗਰੀਬ, ਲਾਚਾਰ ਹੈਗਾ, ਉਹਦਾ ਰਿਸ਼ਤੇਦਾਰ। ਅਕਾਲ ਪੁਰਖ ਨੂੰ ਦੀਨਬੰਧ ਵੀ ਕਿਹਾ। ਸੋ ਜੇ ਅਕਾਲ ਪੁਰਖ ਦੇ ਗੁਣ ਨੇ ਤੇ ਇਹ ਗੁਣ ਗੁਰਸਿੱਖਾਂ ਵਿੱਚ ਹੀ ਹੋਣੇ ਚਾਹੀਦੇ ਨੇ, ਜੋ ਮੈਂ ਸਮਝਦਾ ਅੱਜ ਸਾਡੇ ਵਿੱਚ ਮਿਸਿੰਗ ਹੈਗੇ ਨੇ, ਗਾਇਬ ਹੈਗੇ ਨੇ। ਇਹਨਾਂ ਨੂੰ ਇਹਦੇ ਬਾਰੇ ਗੱਲ ਕਰਕੇ ਸਾਨੂੰ ਇਹਨਾਂ ਨੂੰ ਪ੍ਰੈਕਟੀਕਲ ਇੰਪਲੀਮੈਂਟ ਕਰਨਾ ਚਾਹੀਦਾ ਹੈ। ਸੋ ਜਿੱਥੇ ਨੀਚ ਸੰਭਾਲੀ ਤਿੱਥੇ ਨਦਰ ਤੇਰੀ ਬਖਸ਼ੀਸ਼। ਜਿੱਥੇ ਨੀਵਿਆਂ ਦੀ ਸੰਭਾਲ ਹੁੰਦੀ ਹੈ ਵਾਹਿਗੁਰੂ ਜੀ, ਉੱਥੇ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਤੇਰੀ ਬਖਸ਼ਿਸ਼ ਹੁੰਦੀ ਹੈ। ਫਿਰ ਅਸਲ ਨੀਚ ਜਾਤ ਕਿਸ ਦੀ? ਜੇ ਵੱਡਾ ਆਪ ਤੇ ਵੱਡ ਤੇਰੀ ਦਾਤ। ਵਾਹਿਗੁਰੂ ਜਿੰਨਾ ਵੱਡਾ ਆਪ ਹੈ ਉਨੀ ਹੀ ਵੱਡੀ ਉਹਦੀ ਦਾਤ, ਉਹਦੀ ਬਖਸ਼ਿਸ਼ ਹੈ। ਜਿਨ ਦਿਨ ਕਰਕੇ ਕੀਤੀ ਰਾਤ। ਉਹ ਵਾਹਿਗੁਰੂ ਇੰਨਾ ਸਮਰੱਥ ਹੈ ਜਿਹਨੇ ਧਰਤੀ ਨੂੰ ਪੁਲਾੜ ਵਿੱਚ ਸੁੱਟ ਕੇ, ਘੁਮਾ ਕੇ, ਸੂਰਜ ਚਾੜ ਕੇ ਤੇ ਰਾਤ ਤੇ ਦਿਨ ਬਣਾ ਦਿੱਤੇ। ਖਸਮ ਵਿਸਾਰੇ ਤੇ ਕਮਜਾਤ। ਇਹੋ ਜਿਹੇ ਖਸਮ ਨੂੰ ਜੋ ਵਿਸਾਰ ਦਿੰਦਾ ਹੈ ਉਹ ਅਸਲੀ ਜਾਤ, ਉਹਦੀ ਅਸਲੀ ਕਮੀਨੀ ਜਾਤ ਹੈ, ਨੀਵੀਂ ਜਾਤ ਹੈ। ਨਾਨਕ ਨਾਵੇਂ ਬਾਜ। ਨਾਮ ਤੋਂ ਬਿਨਾ ਮਨੁੱਖ ਦੀ ਜਾਤ ਛੋਟੀ ਹੋ ਜਾਂਦੀ ਹੈ। ਸੋ ਇਹ ਵੇ ਗੁਰਮਤ ਦੀ ਪਰਿਭਾਸ਼ਾ ਜਾਤ ਦੀ, ਵੀ ਜਿਹੜਾ ਖਸਮ ਨੂੰ ਵਿਸਾਰ ਦਿੰਦਾ ਅਸਲੀ ਨੀਵੀਂ ਜਾਤ ਤੇ ਉਸਦੀ ਹੈ, ਨਾ ਕਿ ਉਹ ਜਿਹਦਾ ਜਨਮ ਕਿਸੇ ਖਾਸ ਅਖੌਤੀ ਨੀਵੀਂ ਜਾਤ ਵਿੱਚ ਹੋਇਆ ਹੈ। ਕਿਸੇ ਤੋਂ ਜਾਤ ਪੁੱਛਣੀ ਗੁਰੂ ਦੇ ਹੁਕਮ ਦੀ ਉਲੰਘਣਾ ਹੈ। ਗੁਰੂ ਸਾਹਿਬ ਨੇ ਸਾਫ਼ ਕਿਹਾ। ਮੈਂ ਇੰਨੇ ਕੈਂਪ ਅਟੈਂਡ ਕੀਤੇ ਨੇ, ਜਦੋਂ ਵੀ ਮੈਂ ਛੁੱਟੀ ਤੇ ਹੁੰਦਾ ਸੀਗਾ ਸ਼ਿਫਟ ਤੋਂ, ਤੇ ਜਦੋਂ ਕੈਂਪ ਦਾ ਮੌਕਾ ਆਉਂਦਾ ਸੀ ਮੈਂ ਅਟੈਂਡ ਕਰਦਾ ਸੀ। ਅਸੀਂ ਇੰਨੇ ਨੌਜਵਾਨਾਂ ਨੂੰ, ਉਤਸ਼ਾਹੀ ਨੌਜਵਾਨਾਂ ਨੂੰ ਮਿਲਦੇ ਸੀਗੇ, ਕੋਈ ਕਿਸੇ ਪਿੰਡ ਦਾ, ਕੋਈ ਕਿਸੇ ਸ਼ਹਿਰ ਦਾ, ਕੋਈ ਕਿਸੇ ਜ਼ਿਲ੍ਹੇ ਦਾ। ਉਹ 3-4 ਦਿਨ ਉਹਨਾਂ ਨਾਲ ਰਹਿਣਾ, ਗੱਲਾਂ ਬਾਤਾਂ ਕਰਨੀਆਂ, ਤੇ ਮੈਨੂੰ ਯਾਦ ਹੀ ਨਹੀਂ ਅਸੀਂ ਕਦੀ ਕਿਸੇ ਨੂੰ ਪੁੱਛਿਆ ਹੋਇਆ ਜੀ ਤੁਸੀਂ ਕੌਣ ਹੈਗੇ ਹੋ। ਪਰ ਉਹ ਗੁਰਸਿੱਖਾਂ ਨਾਲ ਮਿਲ ਕੇ ਇੰਨਾ ਚੰਗਾ ਲੱਗਦਾ ਸੀਗਾ। ਉਹਨਾਂ ਨਾਲ ਸੇਵਾ ਕਰਦੇ ਸੀ, ਲੰਗਰ ਛਕਦੇ ਸੀ, ਕੀਰਤਨ ਸੁਣਦੇ ਸੀ, ਕੋਈ ਕਵੀਸ਼ਰੀ ਸੁਣਦੇ ਸੀਗੇ, ਕਿੰਨਾ ਕੁਝ ਸਿੱਖਣ ਨੂੰ ਮਿਲਦਾ ਸੀਗਾ। ਤੇ ਉਹ ਚ ਕਿੰਨੇ 400, 500, ਕਈ ਵਾਰ ਬਹੁਤ ਵੱਡੀ ਗਿਣਤੀ ਚ ਕੈਂਪਾਂ ਚ ਕੈਂਪਰਸ ਆਉਂਦੇ ਹੁੰਦੇ ਸੀਗੇ। ਤੇ ਕਿੰਨਾ ਮਤਲਬ ਕਿ ਕੋਈ ਮਾਝੇ ਦਾ ਵੀ ਹੁੰਦਾ ਸੀਗਾ, ਕੋਈ ਦੁਆਬੇ ਦਾ ਵੀ ਹੁੰਦਾ ਸੀ, ਕੋਈ ਮਾਲਵੇ ਦਾ ਹੁੰਦਾ ਸੀ, ਕੋਈ ਪਿੰਡਾਂ ਦੇ, ਕੋਈ ਉਹ ਚ ਪੜ੍ਹੇ ਲਿਖੇ ਡਾਕਟਰ ਵੀ ਆਉਂਦੇ ਹੁੰਦੇ ਸੀ, ਕਿ ਇੰਜੀਨੀਅਰ ਪ੍ਰੋਫੈਸਰ ਵੀ ਆਉਂਦੇ ਹੁੰਦੇ ਸੀਗੇ, ਤੇ ਕੋਈ ਸਧਾਰਨ ਕਿਸਾਨ ਵੀ ਆਉਂਦੇ ਹੁੰਦੇ ਸੀਗੇ। ਸਾਨੂੰ ਤੇ ਕਦੀ ਮਾਲੂਮ ਨਹੀਂ ਹੋਇਆ ਵੀ, ਕਦੀ ਦਿਮਾਗ 'ਚ ਹੀ ਨਹੀਂ ਆਇਆ ਵੀ ਪੁੱਛ ਲਈਏ। ਸਾਨੂੰ ਤੇ ਬੜਾ ਚਾਅ ਹੁੰਦਾ ਸੀ ਉਹ ਕੈਂਪਾਂ 'ਚ ਸਾਨੂੰ ਇੰਨਾ ਕੁਝ ਸਿੱਖਣ ਨੂੰ ਮਿਲਦਾ ਸੀਗਾ, ਪਰ ਬਾਅਦ 'ਚੋਂ ਸਾਨੂੰ ਪਤਾ ਨਹੀਂ ਅੱਗੇ ਕੀ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਦੀ ਜਾਤ ਪੁੱਛਣੀ ਗੁਰੂ ਦੇ ਹੁਕਮ ਦੀ ਉਲੰਘਣਾ ਹੈ। ਔਰ ਦੇਖੋ ਗੁਰੂ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਇਹ ਭਾਈ ਉਸ ਮਨੁੱਖ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਦੀ ਜੋਤ ਨੂੰ ਪਛਾਣੋ ਤੇ ਜਾਤੀ ਨਾ ਪੁੱਛੋ। ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜਿਹੜੀ ਜਾਤ ਹੈ ਉਹਦੀ ਕੋਈ ਬੁਕਤ ਨਹੀਂ ਹੈਗੀ। ਫਿਰ ਕਹਿੰਦੇ ਜਾਤ ਜਨਮ ਨੇ ਪੁੱਛੀ ਹੈ। ਕਿਸੇ ਕੋ ਉਸਦੀ ਜਾਤ ਜਾਂ ਜਨਮ ਨਹੀਂ ਪੁੱਛਣਾ ਚਾਹੀਦਾ। ਉਹ ਤੇ ਦੇਖੋ ਜੀ ਇੱਕ ਜਿਹੜਾ ਹਿਸਟੋਰੀਕਲ ਫੈਕਟ ਹੁੰਦਾ, ਇਹਦੀ ਫਾਰਮ ਭਰਵਾਉਂਦੇ ਆ, ਹਾਂਜੀ ਆਪਣੇ ਮੰਮੀ ਦਾ ਨਾਂ ਲਿਖੋ, ਡੈਡੀ ਦਾ ਨਾਂ ਲਿਖੋ, ਜਾਂ ਤੁਹਾਡਾ ਜਨਮ ਸਥਾਨ ਕਿਹੜਾ ਹੈਗਾ, ਉਹ ਗੱਲ ਵੱਖਰੀ ਹੈ। ਅਰਥਾਤ ਜਾਤ ਜਨਮ ਨੇ ਪੁੱਛੀਏ ਮਤਲਬ ਕਿ ਇਹ ਕਿਸੇ ਕੰਸੀਡਰੇਸ਼ਨ ਵਿੱਚ ਨਹੀਂ ਆਉਣਾ ਚਾਹੀਦਾ। ਇਹ ਕੋਈ ਡਿਟਰਮਿਨਿੰਗ ਫੈਕਟਰ ਨਹੀਂ ਹੋਣੇ ਚਾਹੀਦੇ ਕਿਸੇ ਵੀ ਤਰੀਕੇ ਨਾਲ। ਸੱਚ ਕਰ ਲਿਓ ਬਤਾਏ, ਇਹ ਫੈਕਟਰ ਹੋਣਾ ਚਾਹੀਦਾ, ਸੱਚ ਕਰ ਲਿਓ ਬਤਾਏ। ਜੋ ਸੱਚ ਦਾ ਘਰ ਹੈ, ਅਕਾਲ ਪੁਰਖ ਦਾ ਨਿਵਾਸ ਹੈ, ਉਹਦੀ ਗੱਲ ਕਰੋ ਕਿ ਉਹ ਮਨੁੱਖ ਜਿਹੜਾ ਹੈ ਉਹ ਬਾਣੀ ਨਾਲ ਕਿੰਨਾ ਜੁੜਿਆ ਹੈ, ਗੁਰੂ ਨਾਲ ਕਿੰਨਾ ਜੁੜਿਆ ਹੈ, ਉਹਦਾ ਸਿਦਕ, ਉਹਦੀ ਸੇਵਾ, ਉਹਦੀ ਸਿਮਰਨ, ਜਿਹੜੀ ਇਹ ਗੁਣ ਨੇ ਉਹਨਾਂ ਨੂੰ ਪਛਾਣੋ। ਫਿਰ ਕਹਿੰਦੇ ਸਾ ਜਾਤ ਸਾ ਪਤ ਹੈ, ਉਹੀ ਮਨੁੱਖ ਦੀ ਜਾਤ ਹੈ, ਉਹੀ ਮਨੁੱਖ ਦੀ ਇੱਜ਼ਤ ਹੈ। ਜਿਹੇ ਕਰਮ ਕਮਾਏ, ਜਿਹੋ ਜਿਹੇ ਕੰਮ ਮਨੁੱਖ ਕਰਦਾ ਹੈ। ਜਨਮ ਮਰਨ ਦੁੱਖ ਕਾਟੀਐ, ਨਾਨਕ ਛੂਟਸ ਨਾਏ। ਇਹ ਨਾਨਕ ਨਾਂ ਦੇ ਵਿੱਚ ਜੁੜ ਕੇ ਹੀ ਇਹ ਵਿਕਾਰਾਂ ਤੋਂ, ਮਾਇਆ ਤੋਂ ਛੁਟਕਾਰਾ ਮਿਲੇਗਾ, ਮੁਕਤੀ ਮਿਲੇਗੀ, ਤੇ ਜਨਮ ਮਰਨ ਦਾ ਜਿਹੜਾ ਦੁੱਖ ਹੈਗਾ ਇਹ ਕੱਟਿਆ ਜਾਏਗਾ। ਜਾਤਾਂ ਪਾਤਾਂ ਦੇ ਵਿੱਚ ਪੈ ਕੇ ਇਹਨਾਂ ਚੀਜ਼ਾਂ ਨਾਲ ਛੁਟਕਾਰਾ ਨਹੀਂ, ਇਹ ਬਲਕਿ ਬੰਧਨਾਂ ਵਿੱਚ ਪੈਣ ਵਾਲੀ ਗੱਲ ਹੈ। ਇਸ ਕਰਕੇ ਸਾਨੂੰ ਇੱਦਾਂ ਦੇ ਬੇਫਜ਼ੂਲ ਸਵਾਲ ਜਿਹੜੇ ਨੇ ਉਹ ਨਹੀਂ ਪੁੱਛਣੇ ਚਾਹੀਦੇ। ਵਾਹਿਗੁਰੂ ਦੇ ਘਰ ਵਿੱਚ ਜਾਤ ਨੂੰ ਕੋਈ ਥਾਂ ਨਹੀਂ। ਦੇਹੀ ਜਾਤ ਨਾ ਅੱਗੇ ਜਾਏ। ਨਾ ਇਹ ਸਰੀਰ, ਇਹਦਾ ਰੰਗ ਰੂਪ, ਕਿੱਥੇ ਜਨਮ ਲਿਆ, ਇਹ ਜਾਤ ਨਾ ਅੱਗੇ ਜਾਏ। ਅਕਾਲ ਪੁਰਖ ਦੀ ਹਜ਼ੂਰੀ ਵਿੱਚ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ। ਜਿੱਥੇ ਲੇਖਾ ਮੰਗੀ ਹੈ ਤੇ ਉੱਥੇ ਜੋ ਲੇਖਾ ਹੋਣਾ ਹੈ ਅਕਾਲ ਪੁਰਖ ਦੇ ਹਿਸਾਬ ਦੇ ਨਾਲ, ਜੋ ਲੇਖਾ ਮੰਗਿਆ ਜਾਣਾ ਹੈ। ਤਿੱਥੇ ਛੁੱਟੈ, ਉੱਥੇ ਛੁਟਕਾਰਾ ਹੋਣਾ ਹੈ। ਸੱਚ ਕਮਾਏ, ਸੱਚ ਦੀ ਕਮਾਈ ਕਰਕੇ, ਸਦਾ ਥਿਰ ਪਰਮਾਤਮਾ ਦਾ ਸਿਮਰਨ ਕਰਕੇ, ਬੰਦਗੀ ਕਰਕੇ, ਉਹਦੇ ਗੁਣਾਂ ਨਾਲ ਜੁੜ ਕੇ,
सगल धर्म है श्रेष्ठ धर्म हर को नाम जप निर्मल करम। अग्गै करनी कीरत वाची है। करनी केड़ी है ते कीर्ति किन्नी कीती है अकाल पुरख दी, वो चीज कम आनी है ते बाकी है देही ते जात कम नहीं आनी। सतगुर सेवन से धनवंते, जो सतगुरु की सेवा करते हैं। सतगुरु की सेवा का की मतलब है? गुरु की सेवा शब्द विचार। जो सतगुरु की बाणी नूं पढ़ते हैं, विचारते हैं, कमाते हैं, उत्ते फुल चढ़ाते हैं, वो असल विच धनवान हो जाते हैं, क्योंकि उन्होंने कोल गुणा का नाम का खजाना आ जाता है। इत्थे उत्थे नाम समा बनया। वो इस लोक विच भी, परलोक विच भी, अज भी ते कल भी, वर्तमान विच भी ते भविख विच भी नाम दे विच लीन रहिंदे हन। अगे जात रूप ना जाए। अगे अर्थात जिथे परमात्मा की हजूरी विच ना ते जात ने कम आना है ते ना ही रंग रूप ने कम होना है। तेहा होवे जेहे कर्म कमाए। जिहो जे मनुख कर्म करेगा उदों ही उस तरह का ही वो जिहड़ी है शख्सियत जिहड़ी है वो उसरेगी ते उहदे हिसाब नाल ही फैसला होएगा। शब्दे उच्चो उच्चा होए ते नाले भी समझाया भी किद्दां होएगा काम। शब्द विच जुड़ के मनुख की पदवी उच्ची तो उच्ची हो जाती है, उहदी आत्मिक अवस्था अगे तो अगे वधदी रहिंदी है। नानक साच समावै सोए। हे नानक, इहो जिहा मनुख जो शब्द विच जुड़दा है वो सदा स्थिर परमात्मा विच समा जाता है, लीन रहिंदा है। पुरातन समय विच तां सीगा ना भी जिहड़े शूदर है उन्होंने तो कोई वेद ग्रंथ पढ़न का हक ही नहीं है, ना सुनन का हक है, ना मंदिरां विच जाण का हक है। ते इह ते भगत नामदेव जी ने अपनी बाणी च भी जिक्र किया ते असीं सारे जानते हैं, पढ़ते हैं। हर हिंदुस्तानी नूं जिहड़ा थोड़ा बहुत भी कोई किताबां पढ़दा है, साहित्य पढ़दा, उन्होंने पता ही है भी की हाल है। अंबेडकर का जिक्र है जदों भी हुंदा है, सारे दलित नूं पता ही है इस गल का। पर गुरु साहब ने अज तो 550 साल पहले सानूं की समझाया सी। देखिए, प्रभु भगती जिहड़ी है वो हर प्राणी लई है, किसी का इख्तियार नहीं, किसी की इत्ते मोनोपोली नहीं। मतलब कि भगत रविदास जी कहते हैं, कहते आपन बापै ना ही किसी को, भावन को हर राजा। वो राजा जिहड़ा अकाल पुरख वाहिगुरू है, वो प्यार का भुखा है, वो किसी के प्यो की जगीर नहीं है, वो किसी का आपन बापे ना ही किसी को। जिद्दां असीं कहने भी तेरी प्यो की सड़क है ना। सो यह जिहड़ी चीज़ है भगत रविदास जी देखो किन्ने दलेराना ढंग दे नाल कहंदे ने, आपन बापे ना ही किसी को, भावन को हर राजा। सो प्रभु भगती हर प्राणी लई आओ। देखिए कहंदे जात अजात। जात अजात का की मतलब कि मतलब उच्ची जात विच जम्मिया ते अजात नीवी जात विच जम्मिया। भावें जिहदी कोई जात है चज दी, भावें कोई जात नहीं है चज दी, जात अजात जिन्हें भी नाम जिन ध्याया, जिस भी मनुख ने परमात्मा का नाम ध्याया है, तिन परम पदार्थ पाया। परम पदार्थ अकाल पुरख का नाम, उच्ची पदवी उन्होंने मिल जाती है। सो असी यह मूर्खतापूर्ण जिहड़ियां गल्लां हैगियां वो छड्डीए ते गुरु साहब के शब्दों नूं, गुरु साहब के बचनों नूं समझिए, अपने हिरदे विच वसाइए। फिर कहते जात अजात जपै जन कोए। कोई भी सेवक बन के, चाहे वह किसी भी जात का है, उच्ची नीवी का, जिहड़ा भी परमात्मा का नाम जपदा है, कहते जो जापै तिसकी गत होए। गत मैंने उच्ची आत्मिक अवस्था, मुक्ति वही हो जाती है, वो उच्ची पदवी प्राप्त कर जाता है। जी दी जंग दी मिसालां साडे कोल गुरु ग्रंथ साहिब विच छन। भगत रविदास जी बाणी पढ़दे हैं तो सेध लैंदे हैं, भगत कबीर जी बाणी पढ़दे हैं तो एक जीवन को नवी दिशा मिलती है, भगत नामदेव जी एक नवा जोश जागदा है बाणी पढ़ के उन्होंने। नीच जात हर जपते हैं उत्तम पदवी पाए। कहते जे कोई नीच जात जमया भी है ना, तो जो हरि का नाम जपन लग जाए तो उन्होंने उत्तम पदवी, उत्तम पदवी किहड़ी हुंदी जी? उत्तम पदवी तो उपर कोई पदवी नहीं होंगी। उत्तम पदवी सब तो श्रेष्ठ पदवी, टॉप मोस्ट जिहड़ा स्टेटस है उस मनुख नूं प्राप्त हो जाता है। जात व्यर्थ है। श्लोक महला पहला। फक्कड़, फक्कड़ की हुंदा जी? खोखला, मतलब जे कुछ नहीं हैगा, नो सबसटांस। जिद्दां ना मूंगफली का खोला जिहा हुंदा, कई बार देखदे हैं खोलदे हैं या बादाम का खोला खोलदे हैं ते अंदरों कुछ निकलदा नहीं, चक के मारदे हैं, व्यर्थ, यूजलैस। फक्कड़ जाति फक्कड़ नाम, ए ना नामना जिहड़ा समाज ਵੱਲੋਂ ਥਾਪਿਆ ਗਿਆ ਹੁੰਦਾ ਹੈ। ਚੌਧਰੀ ਹੈਗੇ ਆ ਆਪਾਂ, ਸਿੱਖਦਾਰ ਹੈਗੇ ਆ ਆਪਾਂ, ਫਲਾਣੇ ਹੈਗੇ ਆ ਆਪਾਂ, ਚੇਅਰਮੈਨ ਹੈਗੇ ਆ ਹਨਾ, ਆਪਾਂ ਐਮਐਲਏ ਹੈਗੇ ਆ। ਕਹਿੰਦੇ ਫੱਕੜ ਜਾਤੀ ਫੱਕੜ ਨਾਮ, ਐਸਾ ਫੱਕੜ ਨੇ, ਇਹਨਾਂ ਵਿੱਚ ਕੋਈ ਮੁੱਲ ਦੀ ਗੱਲ ਨਹੀਂ ਹੈਗੀ, ਕੋਈ ਕੀਮਤ ਹੀ ਨਹੀਂ ਹੈਗੀ, कीमत नहीं हैगी। सबना जियां इक्का छाओ,
ਸਾਰੇ ਜੀਵਾਂ ਦੇ ਸਿਰ ਤੇ ਇੱਕੋ ਹੀ ਛਤਰ ਝੁੱਲ ਰਿਹਾ ਹੈ, ਅਕਾਲ ਪੁਰਖ ਪਰਮਾਤਮਾ ਦਾ। ਸਾਰੇ ਜੀਵਾਂ ਤੇ ਉਸ ਅਕਾਲ ਪੁਰਖ ਦਾ ਹੀ ਹੁਕਮ ਚੱਲ ਰਿਹਾ ਹੈ, ਉਹਦੀ ਹੀ ਜੋਤ ਹੈ। ਹੁਣ ਦੇਖੋ ਅੱਗੇ ਕੀ ਕਹਿੰਦੇ, ਕਹਿੰਦੇ ਆਪੋ ਜੇ ਕੋ ਭਲਾ ਕਹਾਏ, ਮਣੀ ਆਪਣੇ ਮੂੰਹ ਜੋ ਜਿੰਨਾ ਮਰਜ਼ੀ ਮੀਆਂ ਮਿੱਠੂ ਬਣੀ ਜਾਓ, ਅਸੀਂ ਇਹ ਹੁੰਨੇ ਆ, ਅਸੀਂ ਉਹ ਹੁੰਨੇ ਆ, ਮੈਂ ਇਹ ਹੈਗਾ। ਆਪੋ ਜੇ ਕੋ, ਆਪਣੇ ਆਪ ਨੂੰ ਭਲਾ ਆਖੀ ਜਾ, ਆਪਣੇ ਮੂੰਹ ਮੀਆਂ ਮਿੱਠੂ ਬਣੀ ਜਾਵੇ, ਆਪਣੀ ਸਿਫਤਾਂ ਆਪ ਹੀ ਕਰੀ ਜਾਵੇ, ਅਸੀਂ ਇਹ ਹੁੰਨੇ ਆ, ਅਸੀਂ ਉਹ ਹੁੰਨੇ ਆ। ਕਹਿੰਦੇ ਨਾਨਕ ਤਾਂ ਪਰ ਜਾਪੈ, ਕਹਿੰਦੇ ਹੇ ਨਾਨਕ ਇਹ ਤਾਂ ਹੀ ਪੱਕਾ ਪਤਾ ਲੱਗੇਗਾ ਵੀ ਬੰਦਾ ਕਿੰਨੇ ਪਾਣੀ 'ਚ ਪੱਤ ਲੇਖਿਆ ਪਾਏ। ਜਦੋਂ ਅਕਾਲ ਪੁਰਖ ਦੀ ਨਜ਼ਰਾਂ ਵਿੱਚ ਅਕਾਲ ਪੁਰਖ ਦੇ ਲੇਖੇ ਦੇ ਅਨੁਸਾਰ ਜੇ ਇੱਜ਼ਤ ਪ੍ਰਾਪਤ ਹੋਵੇ ਤਾਂ ਹੀ ਉਹ ਬੰਦੇ ਨੂੰ ਇੱਜ਼ਤ ਵਾਲਾ ਮੰਨਿਆ ਜਾ ਸਕਦਾ ਹੈ, ਨਹੀਂ ਤੇ ਆਪਣੇ ਆਪ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਰਥਾਤ ਜਦੋਂ ਤੱਕ ਮਨੁੱਖ ਪਰਮਾਤਮਾ ਦੀ ਨਜ਼ਰਾਂ ਵਿੱਚ ਪ੍ਰਵਾਨ ਨਾ ਹੋਵੇ ਤੇ ਸਮਾਜ ਦੀ ਨਜ਼ਰਾਂ ਵਿੱਚ ਪ੍ਰਵਾਨਗੀ ਜਿਹੜੀ ਹੈ ਉਹ ਕਿਸੇ ਗਿਣਤੀ ਵਿੱਚ ਨਹੀਂ ਹੈਗੀ। ਜਾਤੀ ਨਿਰਾਰਥਕ ਹੈ, ਕੋਈ ਵਿਅਰਥ, ਨਿਰਾਰਥਕ ਮੀਨਸ ਵਿਦਾਊਟ ਐਨੀ ਵੈਲਿਊ, ਵਰਥਲੈਸ। ਕਹਿੰਦੇ ਜਾਤੀ ਦੇ ਕਿਆ ਹੱਥ, ਕਹਿੰਦੇ ਜਾਤੀ ਦੇ ਹੱਥ ਵਿੱਚ ਕੀ ਹੈਗਾ, ਕਹਿੰਦੇ ਵੀ ਤੇਰੇ ਹੱਥ ਕੀ ਹੈ। ਉਹਨਾਂ ਨੇ ਕਹਿਣਾ ਕਿ ਇਹਦੇ ਹੱਥ ਕੁਛ ਨਹੀਂ ਹੈਗਾ, ਮਤਲਬ ਕਿ ਇਹਦਾ ਕੋਈ ਡਿਟਰਮਿਨਿੰਗ ਫੈਕਟਰ ਨਹੀਂ ਹੈਗਾ। ਕਹਿੰਦੇ ਸੱਚ ਪਰਖੀ ਹੈ, ਪਰਖ ਜਿਹੜੀ ਹੈ ਸੱਚ ਤੇ ਹੀ ਹੋਣੀ ਹੈ। ਕਹਿੰਦੇ ਮੋਹਰਾ ਹੋਵੇ ਹੱਥ, ਮੋਹਰਾ ਹੁੰਦਾ ਜ਼ਹਿਰ, ਮੋਹਰਾ ਹੋਵੇ ਹੱਥ, ਹੱਥ ਵਿੱਚ ਜ਼ਹਿਰ ਹੋਵੇ। ਹੁਣ ਉਹ ਹੱਥ ਬ੍ਰਾਹਮਣ ਦਾ ਹੈ ਜਾਂ ਸ਼ੂਦਰ ਦਾ ਹੈ ਤੇ ਕੀ ਹੈ, ਮਰੀ ਹੈ, ਚਖੀ ਹੈ। ਜਿਹੜਾ ਵੀ ਮਨੁੱਖ ਜ਼ਹਿਰ ਮੂੰਹ ਵਿੱਚ ਪਾਏਗਾ ਉਹਨੂੰ ਮੌਤ ਆਏਗੀ, ਚਾਹੇ ਉਹ ਬ੍ਰਾਹਮਣ ਹੈਗਾ ਚਾਹੇ ਉਹ ਸ਼ੂਦਰ ਹੈਗਾ। ਇਸੀ ਤਰ੍ਹਾਂ ਆਤਮਿਕ ਜੀਵਨ ਵਿੱਚ ਵੀ ਜਿਹੜਾ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਹੋ ਜਾਏਗਾ ਉਹਦੀ ਆਤਮਿਕ ਮੌਤ ਹੋਏਗੀ। ਜਿਹੜਾ ਸਤ, ਸੰਤੋਖ, ਦਇਆ, ਧਰਮ, ਧੀਰਜ ਨਾਲ ਜੁੜੇਗਾ, ਬਾਣੀ ਪੜ੍ਹੇਗਾ, ਉਹਨੂੰ ਆਤਮਿਕ ਜੀਵਨ ਮਿਲ ਜਾਏਗਾ। ਸੋ ਸਿੰਪਲ, ਇੰਨੀ ਸਧਾਰਨ ਜੀ ਗੱਲ ਹੈਗੀ ਹੈ। ਜਾਤੀ ਦੇ ਕਿਆ ਹੱਥ, ਸੱਚ ਪਰਖੀ ਹੈ, ਮੋਹਰਾ ਹੋਵੇ ਹੱਥ, ਮਰੀਐ ਚਖੀ ਹੈ। ਉਹ ਬਾਣੀ ਨਾਲ ਜੁੜੀਏ ਤੇ ਜਾਤਾਂ ਦੇ ਬੰਧਨ ਤੋੜੀਏ। ਦੇਖੋ ਜਿਹੜੀਆਂ ਮੈਂ ਜਿੱਦਾਂ ਦੱਸਿਆ ਸਮਾਜਿਕ ਕੁਰੀਤੀ ਨਹੀਂ ਹੈਗੀ, ਇਹ ਸਦੀਆਂ ਦੇ ਸੰਸਕਾਰ ਬਣੇ ਹੋਏ ਨੇ ਤੇ ਇਹ ਸੰਸਕਾਰਾਂ ਨੂੰ ਅਸੀਂ ਕੋਈ ਸਮਾਜਿਕ ਬਦਲਾਵ ਕਰਕੇ ਜਾਂ ਕੋਈ ਸਮਾਜਿਕ ਲਹਿਰ ਕਰਕੇ ਨਹੀਂ ਇਹ ਠੀਕ ਕੀਤਾ ਜਾ ਸਕਦਾ ਕਿਸੇ ਲੌਜਿਕ ਦੇ ਨਾਲ। ਇਹ ਜਦੋਂ ਤੱਕ ਆਪਣਾ ਸਿਦਕ, ਸਾਨੂੰ ਪਤਾ ਕਿ ਅਸੀਂ ਗੁਰੂ ਤੋਂ ਬਲਹਾਰ ਜਾਂਦੇ ਹਾਂ, ਗੁਰੂ ਤੋਂ ਵਾਰੇ ਜਾਂਦੇ ਹਾਂ, ਤੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਗੁਰੂ ਤੋਂ ਬਲਹਾਰ ਜਾਣ ਦਾ ਮਤਲਬ, ਗੁਰੂ ਤੋਂ ਵਾਰੇ ਜਾਣ ਦਾ ਮਤਲਬ ਇਹ ਹੈ ਕਿ ਗੁਰੂ ਦੇ ਬਚਨਾਂ ਤੇ ਫੁੱਲ ਚੜਾਈਏ। ਠੀਕ ਹੈ। ਸੋ ਕਹਿੰਦੇ ਉਲਟ ਕੇ ਕਿਧਰੋਂ ਉਲਟ ਕੇ, ਜਿਹੜਾ ਦੁਨੀਆ ਵਾਲਾ ਜੀਵਨ ਹੈ ਉਹ ਤੋਂ ਉਲਟ ਕੇ, ਮਨਮੁਖਤਾ ਵਾਲੇ ਜੀਵਨ ਤੋਂ ਉਲਟ ਕੇ ਗੁਰਮੁਖਤਾ ਵਾਲੇ ਪਾਸੇ ਤੁਰ ਕੇ। ਅਰਥਾਤ ਮਤਲਬ ਕਿ ਪਹਿਲੇ ਮਨਮੁਖ ਸੀਗੇ, ਬਾਣੀ ਪੜ੍ਹਨੀ ਸ਼ੁਰੂ ਕੀਤੀ, ਗੁਰੂ ਦੇ ਉਪਦੇਸ਼ਾਂ ਨੂੰ ਅਪਣਾ ਕੇ ਉਲਟ ਕੇ, ਮਾਇਆ ਵੱਲੋਂ ਪਲਟ ਕੇ, ਜਾਤ ਕੁਲ ਦੋ ਵਿਸਾਰੀ। ਕਹਿੰਦੇ ਮੈਂ ਹੁਣ ਜਾਤ ਦੀ ਤੇ ਖਾਨਦਾਨ ਦੋਨਾਂ ਦੀ ਵਿਚਾਰ ਛੱਡ ਦਿੱਤੀ ਹੈ, ਭੁਲਾ ਦਿੱਤੀ ਹੈ। ਮੈਂ ਫੋਨ ਸਾਇਲੈਂਟ ਤੇ ਕਰ ਦਵਾਂ। ਐਜ ਮੈਂ ਗੁਣਤ ਹਮਾਰੀ, ਗੁਣਤ ਦਾ ਮਤਲਬ ਗੁਣਤੀ ਜਾਂ ਟਾਂਕਾ ਲੱਗਦਾ ਹੈ, ਲਿਵ ਲੱਗਦੀ ਹੈ। ਭਗਤ ਕਬੀਰ ਜੀ ਦਾ ਇਹ ਸ਼ਬਦ ਹੈ ਤੇ ਗੁਣਤ ਸ਼ਬਦ ਵਰਤਿਆ ਉਹਨੇ। ਜਿੱਦਾਂ ਤਾਣੇ ਪੇਟੇ ਚ ਬੁਣਿਆ ਜਾਂਦਾ ਹੈ, ਕਹਿੰਦੇ ਹੁਣ ਮੇਰੀ ਜਿਹੜੀ ਸੁਰਤ ਹੈਗੀ ਹੈ, ਉਹਦੀ ਜੋ ਗੁਣਤੀ ਹੈ ਉਹ ਸੁਣ ਵਿੱਚ ਜਿੱਥੇ ਮਾਇਆ ਦੇ ਕੋਈ ਫੁਰਨੇ ਨਹੀਂ ਹੈਗੇ ਤੇ ਸਹਿਜ ਆਤਮਿਕ ਡੋਲਤਾ ਵਿੱਚ ਲੱਗ ਗਈ ਹੈ। ਅਰਥਾਤ ਮੇਰੀ ਲੀਵ ਉਸ ਪਾਸੇ ਲੱਗੀ ਹੈ ਤੇ ਮੇਰੇ ਜੀਵਨ ਵਿੱਚ ਹੁਣ ਜਾਤ ਔਰ ਕੁਲ ਦੀ ਕੋਈ ਵਿਚਾਰ ਨਹੀਂ ਰਹਿ ਗਈ। ਕਹਿੰਦੇ ਜਾਤ ਵਰਨ ਕੁਲ ਸਹਿਸਾ ਚੂਕਾ, ਗੁਰਮਤਿ ਸ਼ਬਦ ਵਿਚਾਰੀ। ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ, ਗੁਰੂ ਦੇ ਸ਼ਬਦਾਂ ਦੇ ਵਿਚਾਰਵਾਨ ਬਣ ਕੇ ਹੁਣ ਜਾਤ ਦਾ, ਵਰਨਾ ਦਾ, ਕੁਲ ਦਾ ਸਹਿਸਾ, ਸੰਸਾ ਜਿਹੜਾ ਸੀਗਾ, ਇਹਦੀ ਜਿਹੜੀ ਵਿਚਾਰ ਸੀ ਉਹ ਚੁੱਕਿਆ ਗਿਆ। ਅਰਥਾਤ ਮੇਰੇ ਜੀਵਨ ਦੇ ਵਿੱਚ ਹੁਣ ਜਾਤ ਦਾ, ਵਰਨ ਦਾ ਤੇ ਕੁਲ ਦਾ ਕੋਈ ਵਿਚਾਰ ਨਹੀਂ ਰਹਿ ਗਿਆ। ਜਦੋਂ ਤਾਂ ਮੈਂ ਗੁਰਮਤ ਗ੍ਰਹਿਣ ਕੀਤੀ ਹੈ, ਜਦੋਂ ਤੇ ਗੁਰੂ ਦੇ ਸ਼ਬਦ ਨੂੰ ਵਿਚਾਰਨਾ ਸ਼ੁਰੂ ਕੀਤਾ ਹੈ। ਹੁਣ ਦੇਖੀਏ ਵੀ ਗੁਰੂ ਨਾਨਕ ਦੇਵ ਜੀ ਦੀ ਜਾਤ ਕੀ ਸੀ। ਮੈਂ ਜਿੱਦਾਂ ਦੱਸਿਆ ਕੁਝ ਹਿਸਟੋਰੀਕਲ ਮਜਬੂਰੀਆਂ ਹੁੰਦੀਆਂ ਨੇ, ਵੀ ਜਿੱਦਾਂ ਕਹਿਣਾ ਪੈਂਦਾ ਵੀ ਗੁਰੂ ਸਾਹਿਬ ਦਾ ਜਨਮ ਇੱਥੇ ਹੋਇਆ, ਇਸ ਪਰਿਵਾਰ 'ਚ ਹੋਇਆ, ਉਹਨਾਂ ਦੇ ਪਿਤਾ ਦਾ ਇਹ ਨਾਂ ਸੀ, ਤੇ ਅਸੀਂ ਕਹਿੰਦੇ ਨੇ ਵੀ ਬੇਦੀ ਕੁਲ ਵਿੱਚ ਹੋਏ। ਇਹ ਤੇ ਇੱਕ ਹੈਗੀ ਹੈ ਕਿ ਸਿਰਫ ਇਹ ਇੱਕ ਫੈਕਟ ਹੈਗਾ, ਠੀਕ ਹੈ ਨਾ। ਸੋ ਹੁਣ ਫੈਕਟ ਹੁੰਦਾ ਵੀ ਉਹਦਾ ਕੋਈ ਆਧਾਰ ਨਹੀਂ ਹੈਗਾ, ਵੀ ਉਹਦਾ ਕੋਈ ਫਿਲਾਸਫੀਕਲ ਕੋਨੋਟੇਸ਼ਨ ਬਿਲਕੁਲ ਨਹੀਂ ਹੋਣਾ ਚਾਹੀਦਾ।
ਪਰ ਗੁਰੂ ਸਾਹਿਬ ਕੀ ਕਹਿੰਦੇ ਨੇ, ਅਸੀਂ ਗੁਰੂ ਸਾਹਿਬ ਤੋਂ ਹੀ ਪੁੱਛਣਾ ਹੈ। ਕੋਈ ਵਿਦਵਾਨ ਕੀ ਕਹਿੰਦਾ ਹੈ, ਅਸੀਂ ਉਹਦੇ ਮਗਰ ਨਹੀਂ ਲੱਗਣਾ, ਅਸੀਂ ਗੁਰੂ ਸਾਹਿਬ ਤੋਂ ਪੁੱਛਣਾ, ਗੁਰੂ ਸਾਹਿਬ ਤੁਸੀਂ ਕੀ ਕਹਿੰਦੇ ਹੋ ਆਪਣੇ ਬਾਰੇ। ਕਹਿੰਦੇ ਤੂੰ ਸਾਹਿਬ, ਤੂੰ ਮਾਲਿਕ ਹੈ, ਸਾਡਾ ਸਾਰਿਆਂ ਦਾ ਮਾਲਿਕ ਹੈ, ਤੂੰ ਮੇਰਾ ਮਾਲਿਕ ਹੈ। ਹਉ ਸਾਂਗੀ ਤੇਰਾ, ਮੈਂ ਤੇ ਤੇਰਾ ਸਾਂਗੀ ਆ, ਤੇਰੀ ਰੀਸ ਕਰਨ ਵਾਲਾ, ਤੇਰੇ ਮਗਰ ਤੁਰਨ ਵਾਲਾ, ਤੇਰੇ ਹੁਕਮ ਦਾ ਬੰਦਾ, ਤੇਰੇ ਪੂਰਨਿਆਂ ਤੇ ਤੁਰਨ ਵਾਲਾ। ਪ੍ਰਣਵੈ ਨਾਨਕ ਜਾਤ ਕੈਸੀ, ਵੀ ਹੈ ਨਾਨਕ, ਨਾਨਕ ਜੀ ਕਹਿੰਦੇ ਨੇ ਵੀ ਬੇਨਤੀ ਕਰਦਾ ਵੀ ਮੈਂ ਕੀ ਕਹਾਂ ਕਿ ਮੇਰੀ ਕਿਹੜੀ ਜਾਤ ਹੈਗੀ ਹੈ। ਮੈਂ ਕਿਸੇ ਜਾਤ ਪਾਤ ਨੂੰ ਨਹੀਂ ਜਾਣਦਾ, ਮੈਂ ਤੇ ਇਹ ਜਾਣਦਾ ਕਿ ਤੂੰ ਮੇਰਾ ਮਾਲਿਕ ਹੈਗਾ ਤੇ ਮੈਂ ਤੇਰਾ ਸਾਂਗੀ ਹੈਗਾ। ਤੂੰ ਜਿੱਥੇ ਮੈਨੂੰ ਰੱਖਦਾ ਹੈ ਮੈਂ ਉੱਥੇ ਰਹਿਣਾ, ਜਿੱਥੇ ਤੋਰਦਾ ਮੈਂ ਤੁਰਦਾ, ਮੈਂ ਤੇਰੇ ਹੁਕਮ ਦਾ ਬੰਦਾ ਹੈਗਾ, ਮੈਂ ਤੇਰਾ ਸਾਂਗੀ ਹੈਗਾ। ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਅਸੀਂ ਵੀ ਆਪਣੇ ਆਪ ਨੂੰ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਸਾਂਗੀ ਬਣਾਈਏ, ਤੇ ਜਿਹੜੀ ਅਸੀਂ ਵੀ ਕਹਿ ਸਕੀਏ ਕਿ ਪ੍ਰਣਵੈ ਨਾਨਕ ਜਾਤ ਕੈਸੀ, ਕਿ ਜਾਤ ਜਿਹੜੀ ਹੈ ਇਹਦਾ ਕੀ ਆਧਾਰ ਹੈ ਜਾਂ ਇਹਦੀ ਕੀ ਵਿਚਾਰ ਹੈ, ਇਹਦਾ ਕੋਈ ਮਤਲਬ ਨਹੀਂ ਹੈਗਾ। ਇਹ ਜਦ ਪੰਕਤੀਆਂ ਪੜ੍ਹੀਆਂ ਨਾ ਤੇ ਮੈਂ ਦੰਗ ਰਹਿ ਗਿਆ ਪਹਿਲੀ ਵਾਰ। ਗੁਰੂ ਨਾਨਕ ਪਾਤਸ਼ਾਹ ਦੀ ਅਦੁੱਤੀ ਨਿਮਰਤਾ, ਅਸੀਂ ਭਗਤ ਕਬੀਰ ਜੀ ਦਾ ਪੜ੍ਹਿਆ ਸੀਗਾ, ਸੁਪਨੇ ਮੈਂ ਬਰੜਾਏ ਕੈ ਜੈ ਮੁਖ ਨਿਕਸੈ ਰਾਮ, ਤਾਂ ਕਿ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਪਰ ਗੁਰੂ ਨਾਨਕ ਪਾਤਸ਼ਾਹ ਦੇਖੋ ਕਿਆ ਕਮਾਲ ਦੀ ਉਹਨਾਂ ਦੀ ਨਿਮਰਤਾ। ਕਹਿੰਦੇ ਜਾਤ ਕੁਲੀਨ ਸੇਵਕ ਜੇ ਹੋਏ, ਉੱਚੀ ਜਾਤ ਵਿੱਚ, ਉੱਚੇ ਕੁਲ ਵਿੱਚ, ਖਾਨਦਾਨ ਵਿੱਚ ਕੋਈ ਜਨਮਿਆ, ਕੋਈ ਸੇਵਕ ਜੇ ਹੋਏ, ਜੇ ਪਰਮਾਤਮਾ ਦਾ ਸੇਵਕ ਕੋਈ ਪੈਦਾ ਹੋਏ, ਕਹਿੰਦੇ ਤਾਂ ਕਾ ਕਹਿਣਾ ਕਹੋ ਨਾ ਕੋਏ। ਕਹਿੰਦੇ ਉਹਦੀਆਂ ਕੀ ਗੱਲਾਂ ਨੇ, ਉਹਦੀ ਗੱਲਾਂ ਨਹੀਂ ਕਹਿ ਸਕਦੇ ਤੁਸੀਂ। ਉਸਦੀ ਵਡਿਆਈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਮਨੁੱਖ ਬੜਾ ਧੰਤਾ ਦਾ, ਬੜਾ ਵੱਡੇ ਭਾਗਾਂ ਵਾਲਾ ਹੈ। ਉਹਦੇ ਗੁਣਾਂ ਦੀ ਕੀ ਗੱਲ ਕੀਤੀ ਜਾਏ, ਉਹਦੀ ਕੀ ਸਿਫਤ ਕੀਤੀ ਜਾਏ। ਪਰ ਫਿਰ ਅੱਗੇ ਕੀ ਕਹਿੰਦੇ ਨੇ, ਕਹਿੰਦੇ ਵਿੱਚ ਸਨਾਤੀ, ਪਰ ਜੇ ਨੀਵੀਂ ਜਾਤ ਦੇ ਵਿੱਚ ਸੇਵਕ ਹੋਏ, ਜੇ ਕੋਈ ਨੀਵੀਂ ਜਾਤ ਵਿੱਚ ਕੋਈ ਸੇਵਕ ਹੋਏ ਪਰਮਾਤਮਾ ਦਾ ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ, ਤੇ ਨਾਨਕ ਜੀ ਕੀ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਪਣੀਆਂ ਪੈਰੇ ਸੋਏ। ਪਣੀਆਂ ਕਹਿੰਦੇ ਜੁੱਤੀ, ਕਹਿੰਦੇ ਹੈ ਨਾਨਕ ਮੇਰੇ ਚੰਮ ਦੀ ਜੁੱਤੀ ਬਣਾਈ ਜਾਵੇ, ਤੇ ਉਹ ਸੇਵਕ ਜਿਹੜਾ ਨੀਵੀਂ ਜਾਤ ਵਿੱਚ ਜੰਮਿਆ ਹੈ ਉਹ ਪਾ ਲਵੇ। ਇਹ ਵੇ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼। ਔਰ ਮੈਂ ਹੈਰਾਨ ਹਾਂ, ਪੰਕਤੀਆਂ ਕਦੀ ਮੈਂ ਤੇ ਸੁਣੀਆਂ ਨਹੀਂ ਅੱਜ ਤੱਕ। ਤੇ ਸਹਿਜ ਪਾਠ ਗੁਰਮੁਖਾਂ ਦੀ ਪ੍ਰੇਰਣਾ ਹੋਈ ਤੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਵੀ ਇਹ ਦੇਖੋ ਇਹ ਖਜ਼ਾਨੇ ਭਰੇ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮੈਂ ਤੇ ਅੱਜ ਤੱਕ ਕਦੀ ਪੰਕਤੀਆਂ ਕਿਸੇ ਲੈਕਚਰ ਵਿੱਚ, ਕਿਸੇ ਕਥਾ ਵਿੱਚ ਨਹੀਂ ਸੁਣੀ, ਕਿਉਂਕਿ ਸ਼ਾਇਦ ਸਾਨੂੰ ਪਤਾ ਨਹੀਂ ਕੀ ਦਿਮਾਗ 'ਚ ਅਸੀਂ ਸੋਚਦੇ ਹਾਂ ਕਿ ਗੁਰੂ ਸਾਹਿਬ ਦੇਖੋ ਇਹ 'ਚ ਦੋ ਗੱਲਾਂ ਨੇ। ਇੱਕ ਤੇ ਨੀਵਿਆਂ ਨੂੰ ਉੱਚੇ ਚੱਕਣ ਦੀ ਗੱਲ ਵੀ ਹੈਗੀ ਹੈ, ਸਾਰੀ ਮਨੁੱਖਤਾ ਨੂੰ ਇੱਕ ਕਰਕੇ ਜਾਣਨ ਦੀ ਗੱਲ ਹੈ, ਤੇ ਵੱਡੀ ਗੱਲ ਹੈ ਗੁਰੂ ਸਾਹਿਬ ਨੇ ਨਾਮ ਨੂੰ ਕਿੰਨੀ ਵਡਿਆਈ ਦਿੱਤੀ ਹੈ ਕਿ ਨੀਵੀਂ ਜਾਤ ਵਿੱਚ ਜੇ ਕੋਈ ਸੇਵਕ ਹੋਵੇ ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਨਾਨਕ ਮੇਰੇ ਚੰਮ ਦੀ ਜੁੱਤੀ ਬਣੇ ਤੇ ਉਹ ਬੰਦਾ ਪਾਵੇ। ਇਹ ਵੇ ਗੁਰੂ ਸਾਹਿਬ ਦੀ ਜਿਹੜੀ ਸੋਚ, ਤੇ ਅਸੀਂ ਕਿੱਥੇ ਖੜੇ ਹਾਂ, ਸਾਨੂੰ ਆਪਾਂ ਪੜਚੋਲ ਕਰਨ ਦੀ ਲੋੜ ਹੈ। ਹੁਣ ਅਸੀਂ ਅੰਤ ਪਹੁੰਚੇ ਜੀ। ਗੁਰੂ ਸਾਹਿਬਾਨ ਦੀ ਜਾਤ ਪਾਤ ਨੂੰ ਕਰਾਰੀ ਚੋਟ। ਗੁਰੂ ਸਾਹਿਬ ਨੇ 3 ਜਿਹੜੇ ਇੰਸਟੀਟਿਊਸ਼ਨਸ ਕਾਇਮ ਕੀਤੇ। ਸੰਗਤ ਅਸੀਂ ਸਾਰੇ ਜਾਣਦੇ ਹਾਂ, ਬਾਖੂਬੀ ਚੱਲ ਰਿਹਾ, ਇਹਨੂੰ ਅੱਗੇ ਹੋਰ ਤੋਰੀਏ ਤੇ ਜੀਵਨ ਦੇ ਹਰ ਪੜਾਅ ਤੇ, ਜੀਵਨ ਦੇ ਹਰ ਪੱਖ ਵਿੱਚ ਅਸੀਂ ਇਹ ਜਾਤ ਪਾਤ ਦੀ ਖਾਤਮਾ ਕਰੀਏ। ਸੰਗਤ ਵਿੱਚ ਕੋਈ ਊਚ ਨੀਚ ਨਹੀਂ ਹੁੰਦੀ। ਕੁਝ ਡੇਰਿਆਂ ਵਿੱਚ ਸੁਣਨ ਨੂੰ ਮਿਲਦਾ ਹੈ, ਪਿੰਡਾਂ ਵਿੱਚ, ਜਿੱਥੇ ਅਲੱਗ-ਅਲੱਗ ਪੰਕਤੀਆਂ ਬਣਾਈਆਂ ਜਾਂਦੀਆਂ, ਜੋ ਕਿ ਬੜੀ ਸ਼ਰਮਨਾਕ ਗੱਲ ਹੈ। ਬੜੀ ਸੰਗਤ ਵਿੱਚ ਉੱਠਣਾ ਬੈਠਣਾ, ਪੰਗਤ ਵਿੱਚ ਲੰਗਰ ਛਕਣਾ, ਸਰੋਵਰ ਵਿੱਚ ਚੁੱਭੀ ਲਾਣੀ, ਜਾਤ ਪਾਤ ਦੇ ਸਾਰੇ ਸੰਸਕਾਰ ਜਿਹੜੇ ਜੜੋਂ ਖਤਮ ਕਰਨੇ। ਇੱਕ ਰੋਚਕ ਤੇ ਪ੍ਰੇਰਨਾਤਮਕ ਤੱਥ ਜਿਹੜਾ ਹੈ, 5 ਪਿਆਰਿਆਂ ਵਿੱਚੋਂ 4 ਜਿਹੜੇ ਸੀ ਅਖੌਤੀ ਸ਼ੂਦਰ ਜਾਤਾਂ ਦੇ ਸਨ। ਇਹ ਅਸੀਂ ਜਾਣ ਲਈਏ ਕਿ 5 ਪਿਆਰਿਆਂ ਨੂੰ ਅਸੀਂ ਬੜਾ ਸਤਿਕਾਰ ਦਿੰਦੇ ਹਾਂ। ਉਹਨਾਂ ਚੋਂ ਜਿਹੜੇ 4 ਜਣੇ ਸੀਗੇ ਨਾ, ਉਹ ਅਖੌਤੀ ਸ਼ੂਦਰ ਜਾਤਾਂ ਵਿੱਚੋਂ ਸੀਗੇ। ਇਹ ਸਾਨੂੰ ਭੁੱਲਣੀ ਚਾਹੀਦੀ, ਬਲਕਿ ਇਹ ਗੱਲ ਨੂੰ ਪ੍ਰਚਾਰਨਾ ਚਾਹੀਦਾ। ਇੱਕ ਪ੍ਰੇਰਨਾ, ਬੰਦੇ ਨੂੰ ਬੰਦਾ ਕਰ ਜਾਣੋ, ਸਭ ਵਿੱਚ ਰੱਬੀ ਜੋਤ ਪਛਾਣੋ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦਾਸ ਨੇ ਇੱਕ ਬਲੌਗ ਬਣਾਇਆ ਸੀਗਾ ਮਰਚੈਂਟ ਨੇਵੀ ਦੇ ਵਿੱਚ, ਕੁਝ 1-2 ਲੇਖ ਵੀ ਹੈਗੇ ਨੇ। ਇਹ ਹੁਣ ਐਕਟਿਵ ਨਹੀਂ ਹੈਗਾ। ਦੂਸਰਾ ਚੈਨਲ ਹੈ YouTube ਚੈਨਲ ਚਟਸਾਲ। ਇਹ 'ਚ 5ਵੀਂ 6ਵੀਂ 7ਵੀਂ 8ਵੀਂ 9ਵੀਂ 10ਵੀਂ ਦੇ ਇੰਗਲਿਸ਼ ਦੇ ਲੈਸਨਸ, 8ਵੀਂ 9ਵੀਂ 10ਵੀਂ ਦੇ ਸਾਇੰਸ ਦੇ ਲੈਸਨਸ, 6ਵੀਂ 7ਵੀਂ 8ਵੀਂ 9ਵੀਂ 10ਵੀਂ ਦੇ ਮੈਥ ਦੇ ਲੈਸਨਸ, ਪਜ਼ਲਸ, ਬੁਝਾਰਤਾਂ ਤੇ ਗੁਰਬਾਣੀ ਦੇ ਵੀ 40-45 ਵੀਡੀਓ ਹੈਗੇ ਨੇ। ਸੋ ਤੁਸੀਂ ਇਹ ਚਟਸਾਲ ਚੈਨਲ ਜਿਹੜਾ ਵਿਜ਼ਿਟ ਕਰ ਸਕਦੇ ਹੋ। ਚਟਸਾਲ ਪਾਓ, ਉੱਥੇ ਆ ਜਾਏਗਾ, ਜਾਂ ਪਾਓ ਕੈਪਟਨ ਜਸ਼ਪਾਲ,
ਸਿੰਘ ਪਾਓ YouTube ਤੇ ਇਹ ਚ ਆ ਜਾਏਗਾ। ਕਰੀਬ 1200 ਦੇ ਕਰੀਬ ਵੀਡੀਓ ਪੈ ਚੁੱਕੇ ਨੇ ਤੇ ਕੰਮ ਹੋਰ ਵੀ ਚੱਲਦਾ ਪਿਆ। ਸੋ ਇਸ ਚੈਨਲ ਦੇ ਬਾਰੇ ਜਿਹੜੇ ਤੁਹਾਡੇ ਘਰ ਅਗਰ ਬੱਚੇ ਹੁਣ ਪੜ੍ਹਦੇ ਹੋਣ ਉਹਨਾਂ ਨੂੰ ਦੱਸੋ। ਬੜੇ ਸਾਰੇ ਬੱਚੇ, ਹਜ਼ਾਰੋਂ ਬੱਚੇ ਪੰਜਾਬ ਵਿੱਚ ਇਸ ਚੈਨਲ ਤੋਂ ਪੜ੍ਹਾਈ ਕਰ ਰਹੇ ਨੇ ਤੇ ਲਾਹਾ ਲੈ ਰਹੇ ਨੇ, ਤੇ ਚੈਨਲ ਨੂੰ ਸੁਧਾਰਨ ਵਾਸਤੇ ਆਪਣੇ ਵਡਮੁੱਲੇ ਵਿਚਾਰ ਵੀ ਦੇਣਾ ਜੀ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।